ਕੇਂਦਰ ਵੱਲੋਂ ਲਗਾਤਾਰ ਪੰਜਾਬ ਦੀ ਚੂੜੀ ਕਸੀ ਜਾ ਰਹੀ ਹੈ। ਕਿਸਾਨੀ ਮਸਲੇ ਨੂੰ ਲੈ ਕੇ ਕਿਸਾਨਾਂ ਲਈ ਅਲੱਗ-ਅਲੱਗ ਫਰਮਾਨ ਜਾਰੀ ਹੁੰਦੇ ਹੈ। ਨਰਿੰਦਰ ਤੋਮਰ ਦਾ ਬੀਤੇ ਦਿਨ ਬਿਆਨ ਆਇਆ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਧਰਨਾ ਛੱਡਣ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਜੰਤਰ ਮੰਤਰ ਉੱਪਰ ਧਰਨਾ ਲਾ ਕੇ ਬੈਠੇ ਹੈ। ਗੁਰਜੀਤ ਔਜਲਾ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰ ਲੈਂਦੇ ਹਾਂ। ਔਜਲਾ ਸਾਹਿਬ, ਕਿੱਥੇ ਖੜਾ ਕਿਸਾਨੀ ਮਸਲਾ, ਕੀ ਸਮਝਦੇ ਹੋ, ਕਿੱਧਰ ਨੂੰ ਜਾਣਾ ਚਾਹੀਦਾ ਕਿਸਾਨਾਂ ਨੂੰ? ਹੁਣ नहीं, किसानों ਨੂੰ तो देखो संघर्ष का राह अख्तियार करना पैना, क्योंकि जो सानू संविधान अधिकार दिंदा है और लंबा संघर्ष करना पैना, लंबा हो भी गया है। क्योंकि जो सरकारां दा एक रवैया ये हो जे कि उन्होंने अपनी मर्जी करनी है, उन्होंने एक डिकटेटरशिप का तरीके दे नाल उन्हां चलना है और उन्होंने कुछ परसनल इंटरस्ट भी बन जाण, उन्हां दा मतलब वित्तीय इंटरस्ट भी होण उहदे विच, तो फिर कुदरती गल है उन्होंने तो उस बन्ने नूं ही तुरना है। और तुसीं देखो 26 जनवरी तो बाद लगातार ही सरकार ने पिठ करके खड़ गई है किसानां वाले बन्ने, पर किसान अपनी लड़ाई जिहड़ी है वो लड़ रहा है। और ये जिवें असीं 47 तो पहलों साडे वड्डे पुरखे लड़ाइयां लड़दे, लंबियां लड़ाइयां लड़ियां पर शांतमई तरीके दे नाल संघर्ष कीते ने और वो कामयाब हुंदे नहीं। ये नहीं गल कि कामयाब नहीं हुंदे, पर ये जिहड़ा संघर्ष है ये हुण किसी ना किसी बन्ने तो जरूर लगेगा। पर सरकार का मेरा जो इस वेले मैं जो मनना मेरे च है कि जिहड़ियां 5 स्टेट दी इलैक्शन हो रही है उहदे वल भी सरकार का ध्यान है कि शायद इत्थे साडा कोई प्रभाव चले जे जां असीं सरकार बना लीए केंद्र सरकार का बीजेपी का, तो लगता नहीं गा, क्योंकि जिहड़े रिजल्ट उत्थों दिख रहे हैं उन्हां च लगता नहीं गा कि कामयाब हो पाउणगे। तो जेकर ये कामयाब हो गए फिर ये होर औखियां करनगे सानूं, और जो भी इन्हां तों सरेगा वो करनगे। जिवें तुसीं हुण सीधी पेमेंट जिहड़ी है किसानां नूं कीती है, ये मॉडल जिहड़े ने ये यूपी बिहार च ते सूट करदे ने। साडे आड़तीए दा ते किसान दा कोई माड़ा रिश्ता नहीं हैगा, उधर हैगा आ। साडे आड़तीआ ते किसान एक बड़े पुरातन समयां तो चले आ रहे ने, ਉਹਦੀ ਜ਼ਰੂਰਤ ਨੂੰ ਉਹ ਪੂਰੀਆਂ ਕਰਦਾ ਹੈ ਆੜਤੀਆ। ਵੇਲੇ ਇੱਕ ਵੇਲੇ ਭਾਵੇਂ ਰਾਤ ਇਸ ਵੇਲੇ ਚਲੇ ਜਾਓ ਤਾਂ ਵੀ ਉਹਨੇ ਕਰਨੇ। ਉਹਦੇ ਬੱਚਿਆਂ ਦਾ ਵਿਆਹ ਆ ਗਿਆ, ਕਿਸੇ ਨੇ ਕੋਈ ਫੀਸ ਦੇਣੀ ਆ, ਕੁਛ ਦੇਣੀ ਆ, ਕਿਉਂਕਿ ਕਿਸਾਨ ਦੀ ਆਰਥਿਕ ਤੌਰ 'ਤੇ ਮੰਦੀ ਹਾਲਤ ਇਹ ਆ ਕਿ ਉਹ ਆਪਣੀ ਗੁਜ਼ਾਰਾ ਨਹੀਂ ਕਰ ਪਾਉਂਦਾ, ਉਹਨੂੰ ਕਿਤੇ ਨਾ ਕਿਤੇ ਪੈਸਿਆਂ ਦੀ ਲੋੜ ਪਈ ਰਹਿੰਦੀ ਹੈ। ਜਾਂ ਤਾਂ ਉਹਦੀ ਫਸਲ ਉਹਨੂੰ ਇੰਨੇ ਕੁ ਪੈਸੇ ਦੇ ਕੋਈ ਸਾਲ ਭਰ ਪੈਸੇ ਦਾ ਨਾਲ ਉਹਦੇ ਨਾਲ ਗੁਜ਼ਾਰਾ ਕਰ ਲਈ। ਉਹਦੇ ਲਈ ਡੀਜ਼ਲ ਮਹਿੰਗਾ, ਉਹਦੇ ਲਈ ਅੱਜ ਹੁਣ DAP ਜਿਵੇਂ ਹੈ ਕੇਂਦਰ ਸਰਕਾਰ ਨੇ ਦੇਖੋ 700 ਰੁਪਈਆ ਤੋੜਾ 50 ਕਿਲੋ ਦਾ ਵਧਾਤਾ। ਕੋਈ ਗੱਲ ਥੋੜਾ ਨਾ ਹੈ ਕਿਸੇ ਬੰਦੇ, ਮਤਲਬ ਵੀ ਇਹ ਕਿਸਾਨ 'ਤੇ ਹੀ ਬੋਝ ਹੈ ਨਾ। ਉੱਦਾਂ ਇਹਨਾਂ ਕਹਿ ਦੇਣਾ ਜੀ ਅਸੀਂ 2000 ਸਨਮਾਨ ਨਿਧੀ 'ਚ ਦੇ ਰਹੇ ਹਾਂ ਕਿਸਾਨ ਨੂੰ। ਆ ਕੀ ਹੈ 700 ਰੁਪਈਆ ਤੋੜਾ ਜੇ ਲੈ ਲਿਆ ਉਹਦੇ ਕੋਲ, ਅਤੇ ਜੇ ਉਹਨੇ 2-3 ਤੋੜੇ ਪਾਲੇ ਤਾਂ 2000 ਤੇ ਤੁਸੀਂ ਵਾਪਸ ਲੈ ਕੇ ਉਹਦੇ ਤੋਂ। ਇਸੇ ਤਰੀਕੇ ਦੇ ਨਾਲ ਜਿਹੜੇ ਸਪੇਅਰ ਨੇ, ਜੇ ਕਿਸਾਨਾਂ ਦੇ ਸੰਦ ਨੇ, ਉਹਨਾਂ ਦੇ GST 18% ਲੈਂਦੇ ਨੇ। ਸੋ ਆਰਥਿਕ ਤੌਰ 'ਤੇ ਕਿਸਾਨ ਮਾੜਾ ਆ, ਉਹਨੂੰ ਤੁਸੀਂ ਇੱਕੇ ਰੱਸੇ ਨਾਲ ਨਹੀਂ ਬੰਨ੍ਹ ਸਕਦੇ। ਹੁਣ ਤੁਸੀਂ ਜੇ ਹਾਲਾਤ ਕੋਈ ਮੁਸ਼ਕਿਲਾਂ ਨੇ ਤੁਹਾਡੀਆਂ ਯੂਪੀ ਦੀਆਂ ਨੇ, ਬਿਹਾਰ ਦੀਆਂ ਨੇ, ਕਿਸੇ ਦੂਸਰੀਆਂ ਸਟੇਟ ਦੀਆਂ ਨੇ, ਕਿਉਂਕਿ ਜਿੱਥੋਂ ਝੋਨਾ ਆ ਕੇ ਕਣਕ ਆ ਕੇ ਸਾਡੇ ਪੰਜਾਬ 'ਚ ਵੀ ਵਿਕਦਾ ਹੈ, ਉੱਥੇ ਦੀ ਮੁਸ਼ਕਿਲ ਹੈ, ਸਾਡੀ ਮੁਸ਼ਕਿਲ ਨਹੀਂ ਗੀ ਉਹ। ਪਰ ਸਾਡਾ ਤੁਸੀਂ ਇੱਕ ਜਿਹੜਾ ਬੜੇ ਚਿਰ ਦਾ ਇੱਕ ਵੱਢਿਆ ਸੀ ਸਿਸਟਮ ਸਾਡਾ ਸੀ, ਉਹ ਖਰਾਬ ਕਰਤਾ। ਨਾਲ ਦੀ ਨਾਲ ਇਹਨਾਂ ਨੇ ਹੁਣ ਇੱਕ ਚਿੱਠੀ ਤੁਹਾਨੂੰ ਪਤਾ ਕੱਢੀ ਸੀ ਕਿ ਜਿਹੜੇ ਪ੍ਰਦੇਸੀ ਸਾਡੇ ਆਉਂਦੇ ਨੇ, ਦੂਜੇ ਰਾਜ ਤੋਂ ਆਉਂਦੇ ਨੇ, ਕੋਈ ਉਹਨਾਂ ਨੂੰ ਉਸ ਚਿੱਠੀ ਦੇ ਵੀ ਹੋਣਾ। ਪਰ ਇਲਜ਼ਾਮ ਤੁਹਾਡੇ ਤੇ ਲੱਗਦੇ, ਤੁਹਾਡੀ ਸਰਕਾਰ ਤੇ ਲੱਗਦੇ ਆ ਕਿ ਤੁਹਾਡੇ ਕਰਕੇ ਆੜਤੀ ਅਤੇ ਕਿਸਾਨ ਦਾ ਜਿਹੜਾ ਰਿਸ਼ਤਾ ਟੁੱਟਿਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਟੈਂਡ ਆਪਣਾ ਸਪਸ਼ਟ ਨਹੀਂ ਕਰ ਸਕੇ, ਕੇਂਦਰ ਨੂੰ ਉਂਗਲ ਨਹੀਂ ਕਰ ਸਕੇ। ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਦਬਾਅ ਹੇਠ ਆ ਗਏ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਅਸੀਂ ਡੇ 1 ਤੋਂ ਤੁਸੀਂ ਉਂਗਲਾਂ ਦੇ ਜੇ ਪਾਰਲੀਮੈਂਟ ਹੀ ਹੈ ਨਾ ਸਭ ਤੋਂ ਉੱਪਰ। ਕੈਪਟਨ ਸਾਹਿਬ ਨੇ ਤਾਂ ਚਿੱਠੀ ਲਿਖਣੀ ਹੈ ਨਾ, ਪਾਰਲੀਮੈਂਟ ਦੇ ਵਿੱਚ ਅਸੀਂ ਦੁਹਾਈ ਪਾਉਂਦੇ ਰਹੇ ਇਹਨਾਂ ਨੂੰ, ਇਹ ਕੰਮ ਨਾ ਕਰੋ। ਇਹ ਸੁਣਦੇ ਨੇ ਕਿਸੇ ਦੀ? ਦੇਖੋ ਜਿੰਨਾ ਇੱਕ ਦੇਸ਼ ਕਿੱਦਾਂ ਚੱਲਦੇ ਆ, ਦੇਸ਼ ਉਦੋਂ ਚੱਲਦੇ ਆ ਜਦੋਂ ਤੁਸੀਂ ਸੰਵਿਧਾਨਿਕ ਕਦਰਾਂ ਕੀਮਤਾਂ 'ਤੇ ਚੱਲੋਗੇ। ਜੇ ਆਪਣੀਆਂ ਮਰਜ਼ੀਆਂ ਕਰਨੀਆਂ ਨੇ ਤੇ ਫਿਰ ਤਾਂ ਕੁਛ ਵੀ ਨਹੀਂਗਾ। ਹੁਣ ਇਹਨਾਂ ਦਾ ਉੱਥੇ ਸੰਵਿਧਾਨਿਕ ਰਾਈਟ ਹੈ ਸਾਡਾ ਪਾਰਲੀਮੈਂਟ ਦੇ ਵਿੱਚ। ਜਦੋਂ ਪਹਿਲੀਆਂ ਸਰਕਾਰਾਂ ਰਹੀਆਂ ਨੇ, ਚਾਹੇ ਡਾਕਟਰ ਮਨਮੋਹਨ ਸਿੰਘ ਜੀ ਵੇਲੇ ਸੀ ਜਾਂ ਅਟਲ ਬਿਹਾਰੀ ਵਾਜਪਾਈ ਵੇਲੇ ਤੱਕ ਵੀ, ਕਿ ਵਿਰੋਧੀ ਧਿਰ ਨੂੰ ਸੁਣਿਆ ਜਾਂਦਾ ਸੀ ਕਿ ਵਿਰੋਧੀ ਧਿਰ ਦੀ ਗੱਲ ਸੁਣੋ, ਕਿਉਂਕਿ ਉਹ ਸਰਕਾਰ ਤੋਂ ਬਾਹਰ ਹੁੰਦੇ ਨੇ, ਉਹ ਲੋਕਾਂ 'ਚ ਜਾਂਦੇ ਨੇ, ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ। ਇਸ ਕਰਕੇ ਕੋਈ ਸਿਲੈਕਟ ਕਮੇਟੀ ਨੂੰ ਕਾਨੂੰਨ ਭੇਜ ਦਿੱਤੇ ਜਾਂਦੇ ਸੀ, ਕੋਈ ਜੁਆਇੰਟ ਪਾਰਲੀਮੈਂਟ ਕਮੇਟੀ ਬਣਾ ਦਿੱਤੀ ਜਾਂ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤੇ ਜਾਂਦੇ। ਪਹਿਲੀ ਵਾਰੀ ਸਰਕਾਰ ਹੈ ਵੀ ਇੱਕ ਵੀ ਬਿੱਲ ਇਹਨਾਂ ਨੇ ਕਿਸੇ ਕਮੇਟੀ ਨੂੰ ਨਹੀਂ ਭੇਜਿਆ ਅਜੇ ਤੱਕ। ਜੋ ਕਹਿਣਾ, ਕਿਉਂਕਿ ਇਹਨਾਂ ਕੋਲ ਉੱਥੇ ਮੈਜੋਰਟੀ ਜ਼ਿਆਦਾ ਹੈ, ਇਹਨਾਂ ਦੀ ਪਾਰਟੀ ਦੇ ਲੋਕ ਜਿਹੜੇ ਇਹ ਸਮਝਦੇ, ਕਿਉਂਕਿ
ਚੰਗੇ ਬੰਦੇ ਹਰ ਜਗ੍ਹਾ ਵੀ ਹੁੰਦੇ, ਇਹ ਨਹੀਂ ਗੱਲ ਕਿ ਸਾਰੇ ਉਹਦੇ 'ਚ ਮਾੜੇ ਵੀ ਹੋਣਗੇ, ਪਰ ਉਹ ਬੋਲ ਨਹੀਂ ਸਕਦੇ। ਉਹ ਉੱਥੇ ਜਾ ਕੇ ਸਾਡੇ ਨਾਲ ਗੱਲਬਾਤ ਹੁੰਦੀ, ਉਹ ਮੰਨਦੇ ਨੇ ਕਿ ਇਹ ਗਲਤ ਕਰ ਰਹੇ ਨੇ। ਸੋ ਜਿਹੜੀ ਗੱਲ ਤੁਸੀਂ ਕਹਿੰਦੇ ਨਾ ਕੈਪਟਨ ਸਾਹਿਬ ਨੇ ਸਮੇਂ-ਸਮੇਂ ਤੇ ਡੇ 1 ਤੋਂ ਕਾਨੂੰਨ ਜਿੱਦਣ ਰੱਦ ਕਰਤੇ, ਕੈਪਟਨ ਸਾਹਿਬ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ। ਔਰ ਪੰਜਾਬ ਪਹਿਲਾ ਸਟੇਟ ਸੀ ਜਿਹਨੇ ਕਾਨੂੰਨ ਰੱਦ ਕੀਤੇ ਸੀ, ਵਿਧਾਨ ਸਭਾ ਤੋਂ ਕਰਕੇ ਰੱਦ ਭੇਜੇ ਸੀ। ਉਹ ਵੱਖਰੀ ਗੱਲ ਆ। ਹੁਣ ਸੰਵਿਧਾਨ ਤੁਸੀਂ ਗੱਲ ਕਰਦੇ ਜੇ ਵੀ ਸੈਂਟਰ ਅਸੀਂ ਕੀਤਾ ਨਹੀਂ ਕੁਝ ਵੀ। ਗਵਰਨਰ ਸਾਹਿਬ ਜੀ ਨੂੰ ਕੀ ਪ੍ਰੋਬਲਮ ਹੈ ਕਿ ਉਹ ਰਾਸ਼ਟਰਪਤੀ ਕੋਲ ਭੇਜ ਨਹੀਂ ਡਏ ਜਿਹੜੇ ਬਿੱਲ ਪਾਸ ਕੀਤੇ ਆ, ਉਹਨਾਂ ਕੋਲ ਰੱਖ ਕੇ ਬੈਠੇ ਆ। ਇਹ ਸਾਡਾ ਰਾਈਟ ਨਹੀਂਗਾ। ਵਿਰੋਧੀ ਪਤਾ ਕੀ ਮੰਗਦੇ ਸੀਗੇ, ਕਿਉਂਕਿ ਸੈਂਟਰ ਦੇ ਕਾਨੂੰਨਾਂ 'ਚ ਸਟੇਟ ਤਾਂ ਅਮੈਂਡਮੈਂਟ ਕਰ ਨਹੀਂ ਸਕਦਾ ਸੀ। ਵਿਰੋਧੀ ਮੰਗਦੇ ਸੀ ਪੰਜਾਬ ਆਪਣੇ ਕਾਨੂੰਨ ਲਿਆਉਂਦੀ ਤਾਂ ਕਿਤੇ ਨਾ ਕਿਤੇ ਗਵਰਨਰ ਨੂੰ ਵੀ ਨਹੀਂ ਦਿੱਕਤ ਹੋਣੀ ਸਾਈਨ ਕਰਨ 'ਚ ਹੁੰਦੇ। ਨਹੀਂ ਦੇਖੋ, ਪਹਿਲੀ ਗੱਲ ਤਾਂ ਜਿਹੜਾ ਕਾਨੂੰਨ ਆਇਆ ਉਹਦੇ 'ਚ ਇਕੱਲੇ ਅਸੀਂ ਤਾਂ ਕੀਤੀ ਨਹੀਂ। ਵਿਰੋਧੀ ਕੌਣ ਹੈ? ਵਿਰੋਧੀ ਤੇ ਅਸੀਂ ਉਸ ਸਮੇਂ ਕਾਨੂੰਨ ਪਾਸ ਕਰਨ ਦੇ ਵਿੱਚ ਸਾਰਾ ਜਿਹੜੇ MLA ਸੀ, ਇੱਕ ਵਿਧਾਨਕਾਰ ਸੀ, ਉਹ ਇੱਕ ਤਰਫਾ ਸੀ। ਚਾਹੇ ਆਮ ਆਦਮੀ ਪਾਰਟੀ ਸੀ, ਚਾਹੇ ਬੈਂਸ ਬ੍ਰਦਰ ਸੀ, ਅਕਾਲੀ ਦਲ ਸੀ, ਸਾਰੇ ਸਵਾਏ ਦੋ MLA ਇਹਨਾਂ ਦੇ ਛੱਡ ਕੇ ਬਾਕੀ ਸਾਰੇ ਉੱਥੇ ਹਾਜ਼ਰ ਸੀ। ਵਿਰੋਧੀ ਕਿਹੜਾ ਸੀ? ਇਹਨਾਂ ਹੀ ਤਾਂ ਪਾਸ ਕੀਤਾ ਹੈ। ਜਾਂ ਤਾਂ ਉਦੋਂ ਇਹ ਲੋਕ ਆਉਂਦੇ ਵੀ ਇਹ ਕਾਨੂੰਨ ਠੀਕ ਨਹੀਂਗਾ, ਤੁਸੀਂ ਦੂਸਰਾ ਕਰੋ। ਉਦੋਂ ਤੁਸੀਂ ਤਾਰੀਫਾਂ ਕਰਕੇ ਰਾਜਪਾਲ ਤੱਕ ਜਾ ਕੇ ਉਦੋਂ ਇਹ ਪਤਾ ਲੱਗ ਗਿਆ ਲੋਕਾਂ ਨੂੰ, ਕਿਉਂਕਿ ਕੈਪਟਨ ਸਾਹਿਬ ਨੇ ਇੱਕ ਚੀਜ਼ ਜੁੜਦੀ ਹੈ ਕਿ ਕੈਪਟਨ ਸਾਹਿਬ ਨੇ ਹਮੇਸ਼ਾ ਪੰਜਾਬ ਲਈ ਗੱਲ ਕੀਤੀ ਹੈ। ਚਾਹੇ ਪਾਣੀਆਂ ਦਾ ਮਸਲਾ ਹੋਵੇ, ਚਾਹੇ ਕਿਸਾਨੀ ਦਾ ਮਸਲਾ, ਉਹਨਾਂ ਵੱਧ ਚੜ੍ਹ ਕੇ ਹਿੱਸਾ ਲਿਆ। ਤੇ ਐਗਰੀਕਲਚਰ ਡਿਪਾਰਟਮੈਂਟ ਵੀ ਉਹਨਾਂ ਆਪਣੇ ਕੋਲ ਰੱਖਿਆ ਹੈ। ਉਹ ਉਹਨਾਂ ਨਾਲ ਜੁੜਦੀ ਆ, ਉਹਨਾਂ ਨੂੰ ਪਤਾ ਆ। ਹੁਣ ਜਦੋਂ ਉਹਨਾਂ ਨੇ ਕਾਨੂੰਨ ਰੱਦ ਹੋਏ, ਕੁਦਰਤੀ ਗੱਲ ਹੈ ਜਿਹੜਾ ਬੰਦਾ ਪਹਿਲੋਂ ਤੋਂ ਕੰਮ ਕਰਦਾ ਹੋਵੇ, ਉਹ ਜਿਹੜਾ ਕੰਮ ਹੁੰਦਾ ਉਹਦੇ ਖਾਤੇ ਜੁੜ ਜਾਂਦਾ। ਇਹਨਾਂ ਨੇ ਵੇਖਿਆ ਆ ਕੇ ਬਾਹਰ ਵੀ ਪਤਾ ਨਹੀਂ ਹੁਣ ਕੈਪਟਨ ਸਾਹਿਬ ਨੂੰ, ਕਿਉਂ ਕੁਦਰਤੀ ਗੱਲ ਸੀ, ਮੁੱਖ ਮੰਤਰੀ ਸੀ, ਉਹਨਾਂ ਦਾ ਨਾਂ ਆਉਣਾ ਹੀ ਹੋਣਾ ਸੀ। ਇਹ ਯੂ ਟਰਨ ਲੈ ਗਏ। ਇਹ ਰੌਲਾ ਇਹ ਉਦੋਂ ਮੌਕਾ ਸੀ ਜਦੋਂ ਕਾਨੂੰਨ ਲੈ ਕੇ ਆਏ ਆ, ਜਦੋਂ ਇਹ ਜਿਹੜੇ ਵਿਰੋਧੀ ਹੁਣ ਅੱਜ ਗੱਲਾਂ ਕਰਦੇ ਆ, ਜਦੋਂ ਕਸੀਦੇ ਪੜ੍ਹਦੇ ਸੀ ਉਹਦੇ, ਉਹ ਮੌਕਾ ਸੀ ਜਦੋਂ ਇਹ ਤਗੜੇ ਹੋ ਕੇ ਉਦੋਂ ਪੈਂਦੇ, ਪੰਜਾਬ ਨੂੰ ਨਾਲ ਲੈਂਦੇ, ਇਕੱਠੇ ਹੋ ਕੇ ਜਾਂਦੇ। ਜਦੋਂ ਕੈਬਨਿਟ ਦੇ ਵਿੱਚ ਤੇ ਇਹ ਉੱਥੇ ਚਾਹਾਂ ਪੀ ਤੇ ਬਰਫੀਆਂ ਖਾ ਕੇ ਪਾਸ ਕਰ ਆਏ, ਉਦੋਂ ਬੀਬਾ ਜੀ ਨੇ ਕਦੇ ਮੂੰਹ ਖੋਲ੍ਹਿਆ ਨਹੀਂ। ਉਸ ਤੋਂ ਬਾਅਦ 2-3 ਮਹੀਨੇ ਇਹਦੀ ਪ੍ਰਸ਼ੰਸਾ ਕਰਦੇ ਰਹੇ ਆ ਬੱਚੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ 5 ਵਾਰੀ ਮੁੱਖ ਮੰਤਰੀ ਰਹੇ, ਹੁਣ ਉਹਨਾਂ ਵਿਚਾਰਿਆਂ ਨੂੰ ਵੀ ਜਾਂਦੇ ਉਹਨਾਂ ਤੇ ਵੀ ਦਾਗ ਲਾ ਕੇ ਬੜਾ ਵੱਡਾ, ਕਿਉਂਕਿ ਫਿਰ ਵੀ ਉਹਨਾਂ ਨੂੰ ਇੱਕ ਚੰਗਾ ਸਿਆਸਤਦਾਨ ਮੰਨਦਾ ਸੀ ਪੰਜਾਬ। ਪਰ ਦੇਖੋ, ਸੁਖਬੀਰ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਾਰੀ ਇਹਨਾਂ ਦੀ ਟੀਮ ਨੇ ਜ਼ੋਰ ਲਾ ਦਿੱਤਾ ਵੀ ਇਹ ਕਾਨੂੰਨ ਬਹੁਤ ਵਧੀਆ ਹੈ। ਹੁਣ ਮੈਨੂੰ ਦੱਸੋ ਕਿ ਵਿਰੋਧੀ ਧਿਰ ਨੇ ਕੀਤਾ ਕਿ ਅਸੀਂ ਕੀਤਾ? ਅੱਜ ਪੰਜਾਬ ਨੂੰ ਜਿਸ ਪੜਾਅ 'ਤੇ ਖੜਾ ਕੀਤਾ ਆ, ਸਭ ਤੋਂ ਵੱਡਾ ਜੇ ਦੋਸ਼ੀ ਹੈ ਉਹ ਅਕਾਲੀ ਦਲ ਹੈ। ਅਕਾਲੀ ਦਲ ਨੇ ਆਪਣੀ ਭੂਮਿਕਾ, ਕਿਉਂਕਿ ਕੇਂਦਰ 'ਚ ਭਾਈਵਾਲ ਸੀ। ਅਸੀਂ ਤਾਂ ਉਦੋਂ ਗੱਲ ਕਰ ਸਕਦੇ ਜਦੋਂ ਕਾਨੂੰਨ ਲੈ ਕੇ ਆਉਣਾ, ਬਿੱਲ ਲੈ ਕੇ ਆਉਣਾ, ਅਸੀਂ ਤਾਂ ਉਦੋਂ ਹੀ ਗੱਲ ਕਰਾਂਗੇ ਨਾ। ਇਹਦੇ ਬਿੱਲ ਬਣਾਉਣ ਵਾਲਿਆਂ ਦੇ ਵਿੱਚ ਸੀ। ਜਦੋਂ ਕੈਬਨਿਟ 'ਚ ਪਾਸ ਇਹਦੇ ਉਹਦੇ ਨਾਲ ਚੱਲੇ ਆ। ਜਦੋਂ ਸੈਸ਼ਨ ਹੋਇਆ ਪਹਿਲੇ ਦਿਨ ਵੀ ਕੁਝ ਨਹੀਂ ਬੋਲੇ। ਔਰ ਹੁਣ ਵੀ ਮੈਂ ਤੁਹਾਨੂੰ ਦੱਸਿਆ, ਲਾਸਟ ਪਾਰਲੀਮੈਂਟ ਸੈਸ਼ਨ ਹੋਣ ਲੰਘਿਆ ਨਾ, ਅਸੀਂ ਵਿਰੋਧਤਾ ਕਰਦੇ ਰਹੇ ਨਾ, ਅਸੀਂ ਇੱਕ ਹਫ਼ਤਾ ਨਹੀਂ ਚੱਲਣ ਦਿੱਤਾ ਸੈਸ਼ਨ। ਇਹ ਦੋਨੋਂ ਹੀ ਮੀਆਂ ਬੀਵੀ ਆਪਣੇ ਮੇਜ਼ ਤੋਂ ਅੱਗੇ ਨਹੀਂ ਆਏ ਬਿੱਲ 'ਤੇ, ਡਰਦੇ ਹੀ ਨਹੀਂ ਉੱਥੇ ਆਉਂਦੇ, ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ। ਅਸੀਂ ਇਹਨਾਂ ਨੂੰ ਕਿਹਾ ਬਿੱਲ 'ਚ ਆਓ, ਜੇ ਵਿਰੋਧਤਾ ਕਰਨੀ ਖੁੱਲ੍ਹ ਕੇ ਕਰੋ ਨਾ, ਇਹ ਕੀ ਸੀਟ 'ਤੇ ਖਲੋਗੇ ਤੁਸੀਂ ਆਪਣੀ 'ਤੇ। ਮਤਲਬ ਇੱਕ ਕਦਮ ਵੀ ਅੱਗੇ ਬਿੱਲ ਲਾਉਣ ਨਹੀਂ ਇਹਨਾਂ ਦਾ ਵਧਿਆ। ਇਹ ਫਿਰ ਮੈਂ ਤੁਹਾਨੂੰ ਗੱਲ ਦੱਸ ਦਿਆਂ, ਇਹਨਾਂ ਨੇ ਬਾਦਲ ਫੈਮਿਲੀ ਔਰ ਜਿਹੜਾ BJP ਆ, ਇਕੱਠੇ ਹੋਣਗੇ। ਜਿੰਨੇ BJP ਦੇ ਲੀਡਰ ਜਾ ਰਹੇ ਆ ਉਹ ਟੁੱਟ ਕੇ ਅਕਾਲੀ ਦਲ 'ਚ ਜਾ ਰਹੇ, ਕਿਉਂਕਿ ਅਕਾਲੀ ਦਲ ਉਹਨਾਂ ਨੂੰ ਸਾਂਭ ਰਿਹਾ। ਇਹ ਇਕੱਠੇ ਹੋਣਗੇ, ਤੁਹਾਡੇ ਸਾਹਮਣੇ ਹੋਣਾ ਇਹਨਾਂ ਨੇ। ਕਿਉਂਕਿ ਜੇ ਨਾ ਹੋਣਾ ਹੁੰਦਾ, ਬੜੇ ਕੇਸ ਨੇ ਜਿਹੜੇ ਕੇਂਦਰ ਕੋਲ ਪੈਂਡਿੰਗ ਪਏ ਨੇ, ਉਹ ਇਹਨਾਂ ਦੇ ਕੱਢ ਲੈਂਦਾ ਉਸੇ ਵੇਲੇ। ਉਹਨਾਂ 'ਤੇ ਇਹਨਾਂ ਨੂੰ ਕਿਤੇ ਕੋਈ ਵੀ ਨਹੀਂ ਕਿਹਾ, ਉਹ ਇਹ ਵੀ ਨਹੀਂ ਕਿਹਾ ਇਹਨਾਂ ਇਸ ਪਰਿਵਾਰ ਨੂੰ ਵੀ ਤੁਸੀਂ ਕਿੱਥੇ ਜੇ। ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਇਲਜ਼ਾਮ ਲਗਾਉਂਦੇ ਵਿਰੋਧੀ, ਕਿਤੇ ਨਾ ਕਿਤੇ ਇਸੇ ਕਰਕੇ ਸਟੈਂਡ ਨਹੀਂ ਲੈ ਸਕੇ, ਕਿਉਂਕਿ ਖੁਦ ਜਾਂਦੇ, ਖੁਦ ਜਾ ਕੇ ਮਿਲਦੇ, ਧਰਨਾ ਲਾਉਂਦੇ, ਧਰਨਾ ਪ੍ਰਦਰਸ਼ਨ ਕਰਦੇ। ਜਿਸ ਆਮ ਆਦਮੀ ਪਾਰਟੀ ਕਹਿੰਦੀ ਜਿਵੇਂ ਅਰਵਿੰਦ ਕੇਜਰੀਵਾਲ ਧਰਨੇ ਤੇ ਬਹਿ ਜਾਂਦੇ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਵੇਂ ਬਹਿ ਜਾਣਾ ਚਾਹੀਦਾ ਸੀ ਆੜ੍ਹਤੀਆਂ ਦੇ ਮਸਲੇ ਉੱਪਰ। ਜੇਕਰ ਤੁਹਾਡੀ ਪਾਰਟੀ ਦੇ ਸਟੈਂਡ ਦੀ ਗੱਲ ਕਰਦੇ ਹਾਂ, ਪਾਰਟੀ ਦੇ ਸਟੈਂਡ ਦੀ ਕੀ, ਖੇਤੀ ਕਾਨੂੰਨਾਂ ਨੂੰ ਲੈ ਕੇ ਪਾਰਟੀ ਦਾ ਕਲੀਅਰ ਸਟੈਂਡ ਕੀ ਹੈ? ਕੀ ਰੱਦ ਹੀ ਕਰਾਉਣੇ ਚਾਹੀਦੇ ਜਾਂ ਕੁਝ ਹੋਰ ਮਸਲੇ ਦਾ ਹੱਲ ਹੋ ਸਕਦਾ? ਤੁਸੀਂ ਦੇਖੋ, ਅਸੀਂ ਅੱਜ 126 ਦਿਨ ਹੋ ਗਏ ਆ, ਤੁਸੀਂ ਸਾਨੂੰ ਕਹਿੰਦੇ ਧਰਨੇ 'ਤੇ ਬਹਿ ਜਾਂਦੇ। 3 ਮੈਂਬਰ ਪਾਰਲੀਮੈਂਟ ਧਰਨੇ ਤੇ ਬਹਿਣਾ ਕੋਈ ਛੋਟੀ ਗੱਲ ਹੈ? ਕੋਈ ਛੋਟੀ ਗੱਲ ਨਹੀਂ ਗੀ। ਹਿਸਟਰੀ ਕੱਢ ਕੇ ਵੇਖ ਲਓ, ਫਸਟ ਟਾਈਮ ਹੋਇਆ। 126 ਦਿਨ ਹੋ ਗਏ, ਨਾਲ ਇੱਕ MLA ਵੀ ਆ, ਨਾਲ ਸਾਡੇ ਚੇਅਰਮੈਨ ਵੀ ਬੈਠੇ ਨੇ। 126 ਦਿਨ ਹੋ ਗਏ ਨੇ। ਪਾਰਟੀ ਦਾ ਸਟੈਂਡ ਸਪਸ਼ਟ ਆ, ਕਿਉਂਕਿ ਅਸੀਂ ਲਗਾਤਾਰ ਇੱਕ ਗੱਲ ਕਹਿੰਦੇ ਆਏ ਹਾਂ, ਕਿਉਂਕਿ ਜਾਂ ਤਾਂ ਸਾਡੀ ਸਲਾਹ ਵਿੱਚ ਲਈ ਜਾਵੇ, ਫਿਰ ਤਾਂ ਅਸੀਂ ਸਲਾਹ ਦਈਏ। ਹੁਣ ਮੀਡੀਆ ਰਾਹੀਂ ਉਹਨਾਂ ਨੂੰ ਕੀ ਸਲਾਹ ਦੇਣੀ ਹੈ? ਅਸੀਂ ਇਹਨੇ ਚਲੋ ਤੁਸੀਂ ਸਿਆਣੇ ਸੋ, ਤੁਸੀਂ ਸਿਆਣੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਅੱਗੇ ਲੈ ਕੇ ਚੱਲਦੇ ਹੋ। ਹੁਣ ਜਿਹੜਾ ਬੰਦਾ ਮੋਢੀ ਅੱਗੇ ਲੱਗਾ ਹੁੰਦਾ, ਜਿਵੇਂ ਜਥੇਬੰਦੀਆਂ ਅੱਗੇ ਲੱਗੀਆਂ ਸੀ, ਹੁਣ ਦੇਖੋ ਸਟੇਟ ਆ,
543 MP ਨੇ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਆਉਂਦੇ ਨੇ, ਔਰ ਉਹਦੇ ਵਿੱਚ ਅਸੀਂ 13 ਆ ਮਹਿਜ ਪੰਜਾਬ ਵਾਲੇ। ਜੇ ਤੁਸੀਂ ਨਾਰਥ ਦੇ ਗਿਣ ਲਓ ਤਾਂ ਆਪਾਂ 30 ਤੋਂ ਵੱਧ ਨਹੀਂ ਹੋਵਾਂਗੇ ਜਿੱਥੇ ਜ਼ਿਆਦਾ ਐਜੀਟੇਸ਼ਨ ਨੂੰ ਜਿਹੜੇ ਆਪਾਂ ਲੈ ਕੇ ਚੱਲ ਰਹੇ। ਅਗਲੇ ਆਂਦੇ ਯਾਰ 500 ਬੰਦੇ ਅਸੀਂ 500 MP ਸਾਡੇ ਕੋਲ ਹੈ, ਅਸੀਂ ਉੱਥੋਂ ਤੱਕ ਆਪਣੀ ਗੱਲ ਹੀ ਨਹੀਂ ਪਹੁੰਚਾ ਪਾਏ। ਹੁਣ ਉਹ 500 ਤੇ ਕੰਸੀਡਰ ਕਰ ਰਹੇ ਆ, ਅਸੀਂ 40 ਇੱਕ ਬੰਨੇ ਆ। ਉਹ ਕਹਿੰਦੇ ਚਲੋ ਵੱਧ ਤੋਂ ਵੱਧ 40 ਸਾਨੂੰ ਨਹੀਂ ਵੀ ਆਉਣਗੇ ਤਾਂ ਅਸੀਂ ਕਰਨਾ। ਉਹ ਕੇਂਦਰ ਸਰਕਾਰ ਨੂੰ ਕੰਸੀਡਰ ਕਰਦੇ ਆ। ਅਸੀਂ ਜਿਹੜਾ ਜਦੋਂ ਐਜੀਟੇਸ਼ਨ ਸ਼ੁਰੂ ਹੋਇਆ ਸੀ, ਜਦੋਂ ਕੋਈ ਨੁਮਾਇੰਦਾ ਚੁਣੋਗੇ ਉਹਨੂੰ ਤਾਂ ਉਹਨਾਂ ਚਿਰ ਮੰਨਣਾ ਹੀ ਪੈਣਾ ਤੁਹਾਨੂੰ। ਜੇ 5 ਸਾਲ ਲਈ MLA ਬਣ ਗਿਆ ਉਹਨੂੰ ਵੀ ਮੰਨਣਾ ਪੈਣਾ, ਜੇ ਕੋਈ MP ਬਣ ਗਿਆ ਉਹਨੂੰ ਵੀ ਮੰਨਣਾ ਪੈਣਾ, ਚਾਹੇ ਕਿਸੇ ਨੂੰ ਵੀ ਬਣਾ ਦਿਓ, ਕੋਈ ਵੀ ਪਾਰਟੀ ਦਾ ਬਣ ਜੇ, ਚਾਹੇ ਆਜ਼ਾਦ ਬਣ ਜੇ। ਜਿਹੜੇ ਪਿੱਛੇ ਲੋਕ ਨੇ ਜਾਂ ਜਿਹੜੇ ਬੰਦਿਆਂ ਦੇ ਕੋਈ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਬਜਾਏ ਇਹਦੇ ਕਿ ਤੁਸੀਂ ਉਹਨਾਂ ਦਾ ਬਾਈਕਾਟ ਕਰ ਦਿਓ। ਹੁਣ ਵੀ ਤਾਂ ਜਥੇਬੰਦੀਆਂ ਆਖਣ ਡੀਆਂ ਨੇ ਨਾ, ਚਲੋ ਜੀ ਹੁਣ ਜਿਹੜਾ ਕੋਈ ਸਮਰਥਨ ਦੇਣਾ ਚਾਹੁੰਦਾ ਉਹ ਦਵੇ। ਤੇ ਜੇ ਪਹਿਲੇ ਦਿਨ ਆਪਾਂ ਇੱਦਾਂ ਚੱਲਦੇ ਤੇ ਅੱਜ ਪੰਜਾਬ ਦੇਖੋ, ਪੰਜਾਬ ਇੱਕ ਮੁੱਠ ਦਿਖਦਾ। ਇਹ ਬੇਸ਼ੱਕ ਦੀ ਸਟੇਜ ਨਾ ਦਿੰਦੇ, ਪੰਜਾਬ ਇੱਕ ਮੁੱਠ ਦਿਖਦਾ। ਇਹ ਉੱਥੇ ਲੈ ਕੇ ਚੱਲਦੇ ਵੀ ਸਾਡੇ 13 MP ਬੈਠੇ, ਅਸੀਂ ਬੈਠੇ ਹਾਂ, ਗੱਲ ਕਰੋ। ਉੱਥੇ ਵਿੱਚ ਕੀ ਹੁੰਦਾ, ਫਿਰ ਆਪਣੀ ਰਾਏ ਦਿੱਤੀ ਜਾ ਸਕਦੀ ਹੈ ਵੀ ਭਾਈ ਜੇ ਅਮੈਂਡਮੈਂਟ ਦੇ ਨਾਲ ਦੇਖੋ ਅੱਜ ਨੁਕਸਾਨ ਇੱਕ ਤੇ ਜਿਹੜਾ ਆਉਣ ਵਾਲੇ ਸਮੇਂ 'ਚ ਉਹ ਤਾਂ ਹੋਣਾ ਹੀ ਆ। ਜਿੰਨਾ ਖਰਚਾ ਆਇਆ ਕਿਸਾਨਾਂ ਨੇ ਆਪ ਕੀਤਾ ਹੈ, ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਫਿਰ ਉੱਥੇ ਲੱਗਾ। ਜੇ ਅਜੇ ਕਿ ਕਿਸਾਨ ਨੇ 10-10 20 ਹਜ਼ਾਰ ਰੁਪਈਆ 50-50 ਹਜ਼ਾਰ ਰੁਪਈਆ ਲੱਖ ਰੁਪਈਆ ਵੀ ਲਾਤਾ ਕਰੋ, ਕਿੰਨੇ ਦੇਣੇ, ਉਹਦੀ ਭਰਪਾਈ ਕਿੰਨੇ ਕਰਨੀ ਆ? ਉਹਦਾ ਤਾਂ ਐਜੀਟੇਸ਼ਨ ਤੇ ਲੱਗ ਗਿਆ ਨਾ। ਆਪਾਂ ਨੂੰ ਜੇ ਕੋਈ ਸਰਕਾਰ ਦੇ ਨਾਲ ਮਿਲ ਕੇ ਸਮਝਦਾ, ਹੁਣ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜਦੋਂ ਜਥੇਬੰਦੀਆਂ ਨੇ ਕਿ ਇਹ ਕਾਨੂੰਨ ਅਮੈਂਡਮੈਂਟ ਹੋਣੇ ਚਾਹੀਦੇ, ਇਹਨਾਂ 'ਚ ਬਦਲਾਅ ਜਿਹੜਾ ਵਾ ਕਾਨੂੰਨਾਂ ਦੇ ਚਾਹ ਚੀਜ਼ਾਂ ਮਾੜੀਆਂ ਨੇ ਠੀਕ ਹੋਣੀਆਂ ਚਾਹੀਦੀਆਂ ਨੇ। ਪਰ ਦਿੱਲੀ ਆ ਕੇ ਇਹ ਬਦਲ ਗਏ। ਇਹਨਾਂ ਨੇ ਕਹਿ ਦਿੱਤਾ ਜੀ ਇਹ ਕਾਨੂੰਨ ਜਿਹੜੇ ਨੇ ਵਾਪਸ ਹੋਣੇ ਚਾਹੀਦੇ, ਕਿਉਂਕਿ ਲੋਕ ਵੱਡੀ ਤਾਦਾਦ 'ਚ ਆ ਗਏ, ਹਰਿਆਣਾ ਆ ਗਿਆ, ਪੰਜਾਬ ਆ ਗਿਆ। ਅਸੀਂ ਤਾਂ ਬਿਲਕੁਲ ਉਹਨਾਂ ਦੇ ਮਗਰ ਹੀ ਕਿਹਾ ਜੀ ਬਿਲਕੁਲ ਜੋ ਤੁਸੀਂ ਆਂਦੇ ਅਸੀਂ ਐਨਵਿਨ ਤੁਹਾਡੇ ਨਾਲ ਹੈ, ਪਰ ਸਾਡਾ ਸਮਰਥਨ 100% ਤੁਹਾਨੂੰ ਆ। ਪਰ ਉਹਦਾ ਸਭ ਤੁਹਾਡਾ ਸਟੈਂਡ ਤਾਂ ਕਲੀਅਰ ਨਹੀਂ ਹੋਇਆ ਨਾ, ਤੁਸੀਂ ਖੇਤੀ ਕਾਨੂੰਨਾਂ ਤੇ ਕਿੱਥੇ ਖੜੇ ਹੋ? ਕਿਵੇਂ ਤੁਸੀਂ ਵੀ ਪੜ੍ਹੇ ਹੋਣਗੇ ਕਾਨੂੰਨ, ਕਿਵੇਂ ਲੱਗਦੇ ਕਾਨੂੰਨ ਤੁਹਾਨੂੰ? ਡੇ 1 ਤੋਂ ਇਹਨਾਂ ਦੀ ਵਿਰੋਧਤਾ ਕੀਤੀ ਕਿ ਨਾ ਲੈ ਕੇ ਆਓ। ਅਸੀਂ ਤਾਂ ਡੇ 1 ਤੋਂ ਜਿਹੜੀਆਂ ਸਾਡੀਆਂ ਸਪੀਚ ਕੱਢ ਕੇ ਵੇਖੋ, ਜੀ ਮਾਰੇ ਜਾਣਗੇ ਲੋਕ। ਇਹ ਕਾਨੂੰਨ ਜਿਹੜੇ ਪਹਿਲੀ ਗੱਲ ਤੇ ਸਾਡੇ ਰਾਜ ਅਧਿਕਾਰ ਖੋਹਦੇ ਨੇ, ਸਟੇਟ ਸਬਜੈਕਟ ਹੈ ਜਿਹੜੇ ਇਹ ਖੋਇਆ ਇਹਨਾਂ ਨੇ। ਸੈਂਸਰ ਕਮੋਡਿਟੀ ਐਕਟ ਆ, ਹੁਣ ਜਿਹੜੇ ਜਿਹਨੂੰ ਵੇਚਣੀ ਫਸਲ ਇਕੱਠੀ ਕਰਕੇ ਉਹਨੂੰ ਤਾਂ ਇਹਨਾਂ ਨੇ ਆਪਣੀ ਮਰਜ਼ੀ ਨਾਲ ਵੇਚਣਗੇ ਨਾ। ਹੁਣ ਉਹਦਾ ਆਪਣੀ ਮਰਜ਼ੀ ਨਾਲ ਭਾਅ ਤੈਅ ਕਰਨਗੇ ਨਾ। ਉਹਦੇ ਉੱਪਰਲੀ ਸੀਮਾ ਕੋਈ ਅਸੀਂ ਰੱਖੀ ਨਹੀਂ। ਉੱਥੇ ਤਾਂ ਇਹ ਆਖਿਆ ਵੀ ਜੇ ਕੋਈ ਕਾਲ ਪਏਗਾ, ਕੋਈ ਇਹੋ ਜਿਹੀ ਆਪਾਤਕਾਲੀਨ ਸਥਿਤੀ ਆਊਗੀ ਤਾਂ ਫਿਰ ਅਸੀਂ ਉਹਨਾਂ ਨੂੰ ਡੱਕ ਸਕਦੇ ਹਾਂ। ਅਮੈਂਡਮੈਂਟ ਕਰਕੇ ਗੱਲ ਬਣ ਸਕਦੀ ਹੈ। ਇਹ ਅਮੈਂਡਮੈਂਟ ਕਰਕੇ ਹੁਣ ਉਹ ਗੱਲ ਲੰਘ ਚੁੱਕੀ ਉੱਤੋਂ, ਹੁਣ ਗੱਲ ਉਹ ਤੋਂ ਅੱਗੇ ਜਾ ਚੁੱਕੀ। ਸਮਾਂ ਸੀ ਅਮੈਂਡਮੈਂਟ ਕਰਕੇ ਗੱਲਬਾਤ ਬਣ ਸਕਦੀ ਸੀ, ਪਰ ਉਹ ਸਮਾਂ ਲੰਘ ਗਿਆ। ਉਹ ਤੇ ਹੁਣ ਜਥੇਬੰਦੀਆਂ ਨੂੰ ਇਹਦੇ ਬਾਰੇ ਸਲਾਹ ਕਰਨੀ ਚਾਹੀਦੀ ਨਾ, ਅਮੈਂਡਮੈਂਟ ਕਰਕੇ ਬਣ ਸਕਦੀ ਨਹੀਂ ਬਣ ਸਕਦੀ। ਪਰ ਹੁਣ ਸਲਾਹ ਦੇ ਸਕਦੇ ਜਥੇਬੰਦੀਆਂ ਨੂੰ, ਜੇ ਉਹ ਸੱਦਣ ਬੁਲਾਉਣ ਤਾਂ ਜ਼ਰੂਰ ਦੇਵਾਂਗੇ। ਇੱਥੇ ਹੁਣ ਬੈਠੇ ਕੀ ਦੇ ਦੀ ਹੁਣ, ਇਹ ਤੇ ਐਵੇਂ ਗੱਲਾਂ ਨੇ, ਮੈਂ 2 ਹੋਰ ਕਰ ਦੂੰਗਾ, ਉਹ 2 ਹੋਰ ਕਰਨਗੀਆਂ, 2-4 ਦਿਨ ਗੱਲਾਂ ਇੱਦਾਂ ਚੱਲਣਗੀਆਂ, ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਜੇ ਕੋਈ ਸੰਜੀਦਗੀ ਨਾਲ ਸਲਾਹ ਲਏਗਾ ਤਾਂ ਜ਼ਰੂਰ ਆਪਣਾ ਪੱਖ ਰੱਖਾਂਗੇ ਉੱਤੇ, ਕਿਉਂਕਿ ਇਹ ਦੇਖੋ ਅੱਜ ਦੇਸ਼ ਦੇ ਅੰਦਰ ਜਿਹੜੀ ਆ, ਦੇਸ਼ ਦਾ ਕੋਈ ਬਾਹਰੀ ਦੁਸ਼ਮਣੀ ਬਹੁਤ ਵੱਡਾ ਹੈ ਸਾਡੇ ਦੇਸ਼ ਦਾ। ਸਾਡਾ ਦੇਸ਼ ਬਹੁਤ ਜਾਤਾਂ ਵਾਲਾ, ਬਹੁਤ ਧਰਮਾਂ ਦਾ ਦੇਸ਼ ਹੈ, ਔਰ ਇੱਥੇ ਹਰ ਤਰ੍ਹਾਂ ਦੇ ਲੋਕ ਰਹਿੰਦੇ ਨੇ। ਦੁਸ਼ਮਣ ਹਰ ਵੇਲੇ ਚੀਨ ਆ, ਪਾਕਿਸਤਾਨ ਆ, ਸਾਡੀ ਜਿਹੜੀ ਸਰਹੱਦਾਂ ਨੇ ਉਹ ਤਕਰੀਬਨ ਸਾਡੀਆਂ ਡਿਸਟਰਬ ਰਹਿੰਦੀਆਂ ਨੇ। ਅਸੀਂ ਐਜ ਏ ਇੰਡੀਅਨ ਸਾਨੂੰ ਕੰਟਰੀ ਦਾ ਵੀ ਸੋਚਣਾ ਚਾਹੀਦਾ। ਹੁਣ ਦੇਖੋ 24 ਨੂੰ ਇਲੈਕਸ਼ਨ ਆ, 2024 ਨੂੰ, ਅਸੀਂ ਕਿਉਂ ਨਹੀਂ 2024 ਤੱਕ ਇਸ ਕਾਨੂੰਨ ਨੂੰ ਹਰ ਸਟੇਟ 'ਚ ਲੈ ਕੇ ਜਾਂਦੇ, ਜਿੱਦਾਂ ਹੁਣ ਕਿਸਾਨ ਲੱਗੇ ਨੇ ਇਲੈਕਸ਼ਨਾਂ 'ਚ ਜਾ ਕੇ। ਇੱਕ ਲੰਮੀ ਲੜਾਈ ਸਾਨੂੰ ਲੜਨੀ ਪੈਣੀ ਹੈ। ਜਿੰਨਾ ਚਿਰ ਮੋਦੀ ਨੂੰ ਅਸੀਂ ਸੀਟ ਤੋਂ ਨਹੀਂ ਲਾਉਂਦੇ, ਜਿੰਨਾ ਚਿਰ ਉਹ ਪ੍ਰਧਾਨ ਮੰਤਰੀ ਤੋਂ ਜਾਂ BJP ਨੂੰ ਇਸ ਸ਼ਾਸਨ ਕਾਲ ਤੋਂ ਲਾਂਭੇ ਨਹੀਂ ਕਰਦੇ ਅਸੀਂ, ਉਹਨਾਂ ਚਿਰ ਉਹ ਆਪਣੀ ਮਰਜ਼ੀ ਕਰੇਗਾ। ਉਹਦੀ ਮਰਜ਼ੀ ਹੈ ਕਾਨੂੰਨ, ਕਿਉਂਕਿ ਉਹਨੇ ਬੜੀ ਸਪਸ਼ਟ ਕਹਿਤਾ ਸੀ। ਦੇਖੋ ਅਸੀਂ ਤੇ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੇ ਬੰਦਿਆਂ ਨਾਲ ਗੱਲ ਕੀਤੀ, ਉਹਨਾਂ ਕਿਹਾ ਜੀ ਕਾਨੂੰਨ ਵਾਪਸ ਨਹੀਂ ਲੈਣੇ, ਹੋਰ ਕੋਈ ਗੱਲ ਕਰਨੀ ਉਹ ਕਰੋ। ਹੋਰ ਆਂਦੇ ਪੈਨ, ਉਹਨਾਂ ਕਿਹਾ ਜੀ ਅਸੀਂ ਪੈਨ ਫੜਾ ਦਿੰਦੇ ਹਾਂ, ਨਾ ਜੋ ਲਿਖਣਾ ਲਿਖ ਲੈਣ, ਪਰ ਅਸੀਂ ਕਾਨੂੰਨ ਵਾਪਸ ਨਹੀਂ ਕਰਨੇ। ਤੇ ਫਿਰ ਇਹਦਾ ਮਤਲਬ ਇੱਕੋ ਹੀ ਹੱਲ ਰਹਿ ਗਿਆ ਨਾ, ਵੀ 24 ਨੂੰ ਇਹਨੂੰ ਬਦਲਣਾ ਪਊਗਾ। ਸਾਨੂੰ ਬਦਲਣ ਵਾਸਤੇ ਬੜਾ ਵੱਡਾ ਸੰਘਰਸ਼ ਕਰਨਾ ਪਊਗਾ ਸਾਨੂੰ। ਉਹ ਕਹਿੰਦੇ ਵੀ ਜਿਹੜੀ ਕਾਂਗਰਸ ਆਪਣਾ ਸਟੈਂਡ ਕਲੀਅਰ ਨਹੀਂ ਕਰਦੀ, ਕਿਉਂਕਿ ਕਾਂਗਰਸ ਦੇ ਟਾਈਮ ਤੋਂ ਇਹ ਕਾਨੂੰਨ ਜਿਹੜੀ ਚਰਚਾ ਸ਼ੁਰੂ ਹੋ ਗਈ ਸੀ। ਕਾਂਗਰਸ ਦੇ ਟਾਈਮ ਤੋਂ ਹੀ ਕਾਨੂੰਨਾਂ ਦੀ ਜਿਹੜੀ ਚਰਚਾ, ਕੋਈ ਅੱਜ ਦੇ ਕਾਨੂੰਨ ਨਹੀਂ ਆਈ, ਕਾਂਗਰਸ ਦੇ ਟਾਈਮ ਤੋਂ ਹੀ ਇਹ ਸ਼ੁਰੂ ਹੋ ਗਿਆ ਸੀ। ਗੱਲ ਇਹ ਔਜਲਾ ਸਾਹਿਬ
ਕਿ ਉਹ ਕਹਿੰਦੇ ਕਾਂਗਰਸ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ। ਜੇ ਕਿਸਾਨ ਕਹਿੰਦੇ ਆ ਸਾਨੂੰ ਰੱਦ ਚਾਹੀਦੀ ਹੈ ਤਾਂ ਕਾਂਗਰਸ ਕਹਿੰਦੀ ਸਾਨੂੰ ਰੱਦ ਚਾਹੀਦੀ ਹੈ, ਕਿਸਾਨ ਕਹਿੰਦੇ ਅਮੈਂਡਮੈਂਟ ਚਾਹੀਦੀ ਹੈ ਤਾਂ ਕਾਂਗਰਸ ਕਹਿੰਦੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ। ਪਰ ਕਾਂਗਰਸ ਆਪਣਾ ਸਟੈਂਡ ਕਲੀਅਰ ਨਹੀਂ ਕਰ ਪਾ ਰਹੀ ਹੈ ਕਿ ਉਹਨੂੰ ਕਾਨੂੰਨ ਦੇ ਵਿੱਚੋਂ ਮਾੜਾ ਕੁਝ ਲੱਗਦਾ। ਜੇਕਰ ਅਮੈਂਡਮੈਂਟ ਦੇ ਨਾਲ ਗੱਲ ਬਣ ਸਕਦੀ ਹੈ ਤਾਂ ਕਿਉਂ ਨਹੀਂ ਕਾਂਗਰਸ ਸਿੱਧੇ ਮੂੰਹ ਕਹਿੰਦੀ ਵੀ ਹਾਂ ਅਮੈਂਡਮੈਂਟ ਦੇ ਨਾਲ ਗੱਲ ਬਣ ਸਕਦੀ ਹੈ। ਦੇਖੋ ਡੇ 1 ਤੋਂ ਸਟੈਂਡ ਕਲੀਅਰ ਹੈ, ਡੇ 1 ਤੋਂ ਸਟੈਂਡ ਕਲੀਅਰ ਹੈ। ਅਸੀਂ ਕਾਨੂੰਨਾਂ ਦੇ ਵਿਰੋਧ 'ਚ ਹੈ ਕਿ ਕਾਨੂੰਨ ਵਾਪਸ ਕਰੋ। ਅਸੀਂ ਪਾਰਲੀਮੈਂਟ 'ਚ ਤੁਸੀਂ ਸਾਡਾ ਭਾਸ਼ਣ ਸੁਣ ਲਓ ਕੱਢ ਕੇ, ਕੀ ਕਹਿ ਰਹੇ ਉੱਥੇ ਅਸੀਂ ਅਮੈਂਡਮੈਂਟ ਦੀ ਤਾਂ ਉੱਥੇ ਗੱਲ ਹੀ ਨਹੀਂ ਕੀਤੀ। ਅਸੀਂ ਕਿਹਾ ਵੀ ਆਹ ਚੀਜ਼ਾਂ ਤੁਸੀਂ ਮਾੜੀਆਂ ਲੈ ਕੇ ਆਏ, ਇਹਨੂੰ ਵਾਪਸ ਲਓ ਕਾਨੂੰਨ ਨੂੰ, ਕਿਉਂਕਿ ਉੱਥੇ ਇਹ ਨਹੀਂ ਹੁੰਦਾ ਤੁਸੀਂ ਵਿਚਲਾ ਲੱਗੋਗੇ। ਸਾਨੂੰ ਤਾਂ ਕਾਨੂੰਨ ਦੀ ਜਦੋਂ ਵਿਰੋਧਤਾ ਕਰਨੀ ਫਿਰ ਵਿਰੋਧਤਾ ਹੈ। ਅਸੀਂ ਤਾਂ ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਉੱਥੇ ਕਹੀ ਹੈ। ਅਸੀਂ ਜਿਹੜਾ ਧਰਨਾ ਲਾਇਆ, ਤੁਹਾਨੂੰ ਕੀ ਲੱਗਦਾ ਕਿ ਅਸੀਂ ਧਰਨਾ ਸੀ ਮਤਲਬ ਆਰਾਮ ਨਾਲ ਬੈਠੇ ਇੱਥੇ ਅੱਜ 126 ਦਿਨ ਹੋ ਚੱਲੇ ਨੇ, ਕੰਟੀਨਿਊ ਚੱਲਦਾ। ਰਾਤ ਪਈ ਆ, ਫੁੱਟਪਾਥ 'ਤੇ ਸੌਣਾ ਹੈ ਤੁਹਾਡੇ ਸਾਹਮਣੇ। ਤੁਸੀਂ ਆਪ ਕਈ ਵਾਰੀ ਸਾਡੇ ਨਾਲ ਇੱਥੇ ਰਾਤ ਲਾਈਵ ਵੀ ਹੋਏ ਜੇ, ਕਈ ਵੀਡੀਓ ਵੀ ਚਲਾਈਆਂ। ਅਸੀਂ ਸਪਸ਼ਟ ਦੱਸੋ ਸਟੈਂਡ ਕਿੱਦਾਂ ਕਰੀਏ? ਅਸੀਂ ਤਾਂ ਸਪਸ਼ਟ ਕਰ ਚੁੱਕੇ ਹਾਂ। ਹੁਣ ਜਿਹੜੀ ਸਪਸ਼ਟਤਾ ਨਾ ਸਾਨੂੰ ਪੁੱਛੇ ਕੇਂਦਰ ਸਰਕਾਰ, ਅਸੀਂ ਤਾਂ ਜਿੱਥੇ ਵਿਰੋਧ ਦਰਜ ਕਰਨਾ ਸੀ ਉੱਥੇ ਵੀ ਕੀਤਾ, ਆਪਣਾ ਕਰਨਾ ਸੀ ਆਪਣਾ ਵੀ ਕੀਤਾ। ਨਾ ਪੁੱਛੇ ਜਥੇਬੰਦੀਆਂ, ਉਹ ਕਹਿਣ ਜੀ ਅਸੀਂ ਆਪੇ ਇਹਨਾਂ ਨਾਲ ਗੱਲ ਕਰ ਲਾਂਗੇ, ਉਹ ਕਹਿਣ ਜੀ ਅਸੀਂ ਆਪੇ ਇਹਨਾਂ ਨਾਲ ਗੱਲ ਕਰ ਲਾਂਗੇ। ਹੁਣ ਉੱਥੇ ਬੰਦਾ ਖਾਹ ਸਲਾਹ ਕੀ ਦੇਵੇ ਇਹਨਾਂ ਨੂੰ? ਜੇ ਸਟੈਂਡ ਸਪਸ਼ਟ ਹੁੰਦਾ, ਤੁਸੀਂ ਸਾਰੇ ਉਹਨਾਂ ਨੂੰ ਬਿਠਾਓ, ਸਾਨੂੰ ਉੱਥੇ ਬਿਠਾਓ, ਅਸੀਂ ਆਪਣਾ ਸਟੈਂਡ ਸਪਸ਼ਟ ਕਰਾਂਗੇ। ਪਰ ਜੇ ਤੁਸੀਂ ਦੋਵਾਂ ਨੇ ਆਪਸੀ ਮੁਕਾਉਣੀ ਹੈ, ਜਥੇਬੰਦੀਆਂ ਨੇ ਤੇ ਸਰਕਾਰ ਨੇ, ਫਿਰ ਉਹਦੇ 'ਚ ਅਸੀਂ ਨਹੀਂ ਨਾ ਸਲਾਹ ਦੇ ਸਕਦੇ। ਫਿਰ ਉਹ ਸਲਾਹ ਲੈਣ ਵਾਲੇ ਆ, ਉਹ ਦੇਣ ਵਾਲੇ ਨੇ, ਉਹ ਆਪਸ 'ਚ ਕਰਨ। ਅਸੀਂ ਤਾਂ ਤਦ ਹੀ ਸਲਾਹ ਦੇ ਸਕਦੇ ਜੇ ਕੋਈ ਲਵੇ ਤੇ। ਸੋ ਇਹ ਆ ਕਿ ਜਿਹੜੀ ਅਸੀਂ ਤਾਂ ਜਦੋਂ ਸਲਾਹ ਦੇਵਾਂਗੇ, ਅਸੀਂ ਤੇ ਦੇਸ਼ ਨੂੰ, ਪੰਜਾਬ ਨੂੰ, ਕਿਸਾਨ ਨੂੰ, ਆਉਂਦੇ ਭਵਿੱਖ ਨੂੰ ਰੱਖ ਕੇ ਆਪਣੀ ਸਲਾਹ ਦੇਵਾਂਗੇ ਜ਼ਰੂਰ। ਮਸਲਾ ਇਹ ਹੈ ਕਿ ਕਾਂਗਰਸ ਦੇ ਟਾਈਮ ਦੀ ਗੱਲ ਕਰੀਏ, ਕਿਉਂਕਿ ਕਿਸਾਨਾਂ ਦੀ ਦਿਸ਼ਾ ਤਾਂ ਸੁਧਰੀ ਨਹੀਂ ਹੈ। ਉਹ ਕਹਿੰਦੇ ਅਸੀਂ ਕੋਸ਼ਿਸ਼ ਕੀਤੀ ਹੈ ਤਾਂ ਕਾਂਗਰਸ ਕਿਤੇ ਨਾ ਕਿਤੇ ਉਸ ਦਾ ਵਿਰੋਧ ਕਰ ਰਹੀ ਹੈ, ਇਸ ਕਰਕੇ ਕਿਉਂਕਿ ਉਹਨੂੰ ਸਿਰਫ ਵੋਟਾਂ ਦੀ ਰਾਜਨੀਤੀ ਪਸੰਦ ਹੈ। ਅਸੀਂ ਦੇਸ਼ ਦੀ ਦਸ਼ਾ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਦੇ ਟਾਈਮ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਸੀ, MSP ਕਾਂਗਰਸ ਦੇ ਟਾਈਮ ਨਹੀਂ ਮਿਲਦਾ ਸੀ ਪੂਰੇ ਦੇਸ਼ ਦੇ ਵਿੱਚ। ਅਸੀਂ ਨਵੇਂ ਕਾਨੂੰਨ ਲੈ ਕੇ ਆਂਦੇ ਤਾਂ ਕੁਝ ਨਾ ਕੁਝ ਫਾਇਦਾ ਹੋਣ ਲੱਗਾ ਸੀ ਕਿਸਾਨਾਂ ਦਾ, ਤਾਂ ਕਾਂਗਰਸ ਨੇ ਇੱਕ ਖਿਲਾਫ ਧੜਾ ਖੜਾ ਕਰ ਦਿੱਤਾ। ਦੇਖੋ ਗੱਲ ਇਹ ਹੈ, ਪ੍ਰਾਈਵੇਟਿਜ਼ਮ ਕਿਤੇ ਵੀ ਕਰਕੇ ਅਸੀਂ ਤਰੱਕੀ ਨਹੀਂ ਕਰ ਸਕਦੇ। ਕੁਛ ਹਿੱਸਾ ਸਰਕਾਰ ਕੋਲ ਚਾਹੀਦਾ, ਕੁਛ ਪ੍ਰਾਈਵੇਟ ਹੋਵੇ। ਪ੍ਰਾਈਵੇਟ ਵੀ ਆਮ ਲੋਕਾਂ ਨੂੰ ਵਿੱਚ ਲਿਆ ਜਾਵੇ, ਨਾ ਕਿ 5-7 ਬੰਦਿਆਂ ਦੇ ਹੱਕ 'ਚ ਕਾਨੂੰਨ ਹੋਣ। ਹੁਣ ਅੱਜ ਕਾਂਗਰਸੀ ਪਾਰਟੀ ਆ, ਜੇ ਇਹਦਾ ਇਤਿਹਾਸ ਫੋਲ ਕੇ ਵੇਖੋਗੇ ਤੇ ਜਿੰਨੇ ਪਬਲਿਕ ਸੈਕਟਰ ਅੰਡਰਟੇਕਿੰਗ ਸਾਰੀਆਂ ਇਹਦੀਆਂ ਕਾਂਗਰਸ ਦੀਆਂ ਹੀ ਬਣਾਈਆਂ ਨੇ। ਪ੍ਰਾਈਵੇਟ ਬੈਂਕਾਂ ਤੋਂ ਇਹਨਾਂ ਨੇ ਸਰਕਾਰੀ ਬੈਂਕ ਕੀਤੇ, ਮਤਲਬ HAL ਲਾ ਲਓ, BSNL ਲਾ ਲਓ, ਕੋਈ ਵੀ ਫੀਲਡ ਲੈ ਲਓ, ਰੇਲਵੇ ਲਾ ਲਓ, 에ਅਰਲਾਈਨ ਲਾ ਲਓ, 에ਅਰ ਇੰਡੀਆ ਲਾ ਲਓ, ਜਾਂ ਸਭ ਕੁਛ ਕਾਂਗਰਸ ਨੇ ਖੜਾ ਕੀਤਾ ਦੇਸ਼ ਲਈ। ਦੇਸ਼ ਦਾ ਸਰਮਾਇਆ ਸੀ। ਇਹਨਾਂ ਨੇ ਇੱਕ ਇੱਕ ਕਰਕੇ ਉਹ ਸਾਰਾ ਵੇਚਣੇ ਸ਼ੁਰੂ ਕਰਤਾ। ਹੁਣ ਤੁਸੀਂ ਜਿਹੜੀ ਗੱਲ ਕਹਿੰਦੇ ਵੀ ਕਾਨੂੰਨ ਵੀ ਇਹ ਕਾਂਗਰਸ ਵੀ ਕਹਿੰਦੀ ਸੀ, ਉਹ ਤੇ ਮੈਂ ਜਦੋਂ ਵੀ ਅਸੀਂ ਕੋਈ ਸਰਕਾਰ ਇਲੈਕਸ਼ਨ ਲੜਦੀ ਹੈ, ਅਸੀਂ ਹਮੇਸ਼ਾ ਕਹਿੰਦੇ ਇੰਡਸਟਰੀ ਪਾਲਿਸੀ ਚੇਂਜ ਕਰਾਂਗੇ, ਇੰਡਸਟਰੀ ਨੂੰ ਪ੍ਰਸਾਦ ਕਰਨ ਲਈ ਅਸੀਂ ਕੰਮ ਕਰਾਂਗੇ, ਅਸੀਂ ਐਜੂਕੇਸ਼ਨ ਪਾਲਿਸੀ ਚੰਗੀ ਲੈ ਕੇ ਆਵਾਂਗੇ, ਅਸੀਂ ਹੈਲਥ ਪਾਲਿਸੀ 'ਤੇ ਵਰਕ ਕਰਾਂਗੇ, ਇਹ ਤੇ ਹਰ IT 'ਤੇ ਕਰਾਂਗੇ, ਕਿਸਾਨੀ 'ਤੇ ਕਰਾਂਗੇ। ਉਹ ਤਾਂ ਸਾਰੇ ਕਹਿੰਦੇ ਆ, ਪਰ ਇੱਥੇ ਕਿੱਥੇ ਲਿਖਿਆ ਵਾ ਵੀ ਅਸੀਂ ਇਹੋ ਜਿਹਾ ਕਰਾਂਗੇ ਜਿਹੋ ਜਿਹਾ ਇਹ ਕਰ ਰਹੇ ਨੇ? ਇਹ ਤੇ ਹੁਣ ਇਹੀ ਫਰਕ ਹੈ ਨਾ ਡਾਕਟਰ ਮਨਮੋਹਨ ਸਿੰਘ ਦਾ, ਤੇ ਇਹੀ ਫਰਕ ਹੈ ਮੋਦੀ ਦਾ। ਕਹਿਣ 'ਚ ਤੇ ਕਰਨੀ 'ਚ ਫਰਕ ਹੁੰਦਾ ਆ। ਹੁਣ ਕਾਂਗਰਸ ਪਾਰਟੀ ਨੇ ਆਪਣੇ ਸਮੇਂ ਦੇ ਵਿੱਚ ਦੇਸ਼ ਨੂੰ ਬੁਲੰਦੀਆਂ ਤੇ ਲੈ ਕੇ ਗਈ ਆ। ਕੀ ਸੀ ਸਾਡੇ ਕੋਲ ਜਦੋਂ ਯਾਦ ਹੋਏ ਸਾਂ? ਕੁਛ ਵੀ ਨਹੀਂ ਸੀ ਹੈਗਾ, ਕੁਛ ਵੀ ਨਹੀਂ ਸੀ। ਇੰਨੀ ਵੱਡੀ ਆਬਾਦੀ ਨੂੰ ਰੋਟੀ ਪਾਣੀ ਵੀ ਦੇਣਾ, ਇੰਨੀ ਵੱਡੀ ਆਬਾਦੀ ਦਾ ਖਿਆਲ ਵੀ ਰੱਖਣਾ, ਤੇ ਨਾਲ ਸਰਕਾਰੀ ਵੱਡੇ ਅਦਾਰੇ ਖੜੇ ਕੀਤੇ। ਅੱਜ ਉਹ ਸਾਰੇ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੱਤੇ ਆ। ਤੁਸੀਂ ਮੈਨੂੰ ਆਪ ਦੱਸ ਦਿਓ, ਕਰੋਨਾ ਮਹਾਂਕਾਲ ਆਇਆ ਸੀ, ਪ੍ਰੋਬਲਮ ਆਈ, ਅੱਜ ਵੀ ਹੈ। ਪ੍ਰਾਈਵੇਟ ਅਦਾਰੇ ਕੋਈ ਸੂਖਮ ਦਾਇਰਾ ਹੁੰਦਾ ਆ, ਉਹ ਦੇ ਹੀ ਨਹੀਂ ਸਕਦਾ, ਇੰਨਾ ਵੱਡਾ ਖਵਾ ਹੀ ਨਹੀਂ ਸਕਦਾ। ਮੁਸ਼ਕਲਾਂ ਆਈਆਂ ਨਾ ਸਾਰਿਆਂ ਨੂੰ। ਜਿੱਥੇ ਸਰਕਾਰੀ ਅਦਾਰੇ ਸੀ, ਸਰਕਾਰ ਨੇ ਉਹ ਸਾਰੇ ਚਲਾਏ, ਕਿਉਂਕਿ ਸਰਕਾਰ ਸੀ ਉਹਦੇ ਮਗਰ। ਅੱਜ ਦੇਸ਼ ਨੂੰ ਪ੍ਰਾਈਵੇਟ ਕਰਕੇ, ਪ੍ਰਾਈਵੇਟ ਪਲੇਅਰਾਂ ਦੇ ਹੱਥ 'ਚ ਦੇ ਕੇ, ਤੇ ਦੋਸ਼ ਫਿਰ ਕਾਂਗਰਸ ਦੇ ਸਿਰ ਤੇ ਮੜ ਦੇਣ ਵੀ ਕਾਂਗਰਸ ਨੇ ਕੀਤਾ ਆ। ਇਹ ਕਿੱਧਰ ਦੀ ਗੱਲ ਹੈ? ਸਵਾਲ ਸਿੰਪਲ ਕਰੂੰਗਾ, ਜੇ ਤੁਸੀਂ ਪੰਜਾਬ ਦੇ ਖੇਤੀ ਸੈਕਟਰ 'ਚ ਸੁਧਾਰ ਕਰਨਾ ਹੋਵੇ ਕੀ ਕਰੋਗੇ? ਕਾਨੂੰਨ ਤਾਂ ਨਵੇਂ ਲੈ ਕੇ ਆਓਗੇ, ਕੀ ਕਰੋਗੇ ਕਿ ਤੁਸੀਂ? ਵੱਡੀ ਸਭ ਤੋਂ ਲੋੜ ਹੈ, ਜੇ ਪੰਜਾਬ 'ਚ ਖੇਤੀ ਸੈਕਟਰ ਸੁਧਾਰ ਕਰਨਾ ਹੋਵੇ, ਕਾਨੂੰਨ ਦੀ ਬਣਾਉਣ ਦੀ ਲੋੜ ਹੈ। ਕਾਨੂੰਨ ਬਣਾਏ ਜਾਣ, ਫਸਲਾਂ ਦੀ ਡਿਵਰਸੀਫਿਕੇਸ਼ਨ ਕੀਤਾ ਜਾਵੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਚੰਗੀ ਤਰ੍ਹਾਂ ਕੰਮ ਲਿਆ ਜਾਵੇ, ਕਿਉਂਕਿ ਜਿਹੜੇ ਰਿਜ਼ਲਟ ਨੇ, ਕਿਉਂਕਿ ਸਾਡੇ ਕੋਲ ਬੜੀ ਵੱਡੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈਗੀ, ਪਰ ਉਹ ਸਮੇਂ ਦੇ ਨਾਲ ਉਹ ਸਮੇਂ ਦੀ ਹਾਣੀ ਨਹੀਂ ਬਣ ਸਕੀ,
ਜਿਹੜਾ ਰਿਜ਼ਲਟ ਉਹਨੂੰ ਦੇਣਾ ਚਾਹੀਦਾ ਸੀ ਉਹ ਉੱਥੋਂ ਮਿਲਿਆ ਨਹੀਂ ਸਾਨੂੰ। ਉਹਦੇ ਨਾਲ ਦੀ ਨਾਲ ਜਿਵੇਂ ਹੁਣ ਸਾਡਾ ਏਰੀਆ ਵਾ, ਕੁਛ ਏਰੀਆ ਸਬਜ਼ੀ ਵਾਲਾ ਹੋ ਸਕਦਾ, ਜਿੱਦਾਂ ਅੰਮ੍ਰਿਤਸਰ ਹੈ ਇੰਟਰਨੈਸ਼ਨਲ ਏਅਰਪੋਰਟ ਹੈ, ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਹੈ, ਇੱਥੋਂ ਅਸੀਂ ਸਬਜ਼ੀ ਬਾਹਰ ਭੇਜ ਸਕਦੇ ਹਾਂ। ਅਸੀਂ ਜਿਵੇਂ ਕਿੰਨੂ ਵਾਲਾ ਏਰੀਆ ਵਾ ਕਿ ਹੁਣ ਕਿੰਨੂ ਜਿਹੜਾ ਵਾ ਐਤਕੀ ਬਹੁਤ ਰੁੜਿਆ, ਬਹੁਤ ਸਸਤਾ ਵਿਕਿਆ। ਹੁਣ ਇਹਦਾ ਪ੍ਰਬੰਧ ਜਿਹੜਾ ਪਹਿਲੋਂ ਮੰਡੀਕਰਨ ਦਾ ਕਰਨਾ ਚਾਹੀਦਾ ਵੀ ਕਿਹੜੇ ਕੰਟਰੀ ਦੇ ਵਿੱਚ ਕਿੰਨੂ ਸਾਡਾ ਜਾ ਸਕਦਾ ਹੈ, ਐਕਸਪੋਰਟ ਕਰੀਏ ਆਪਾਂ। ਆਪਣੇ ਕੋਲ ਹੁਣ ਏਅਰਪੋਰਟ ਆ ਗਏ ਹੁੰਦੇ, ਆਪਾਂ ਨੂੰ ਲੋੜ ਹੀ ਨਹੀਂ ਹੈਗੀ ਵੀ ਆਪਾਂ ਦਿੱਲੀ ਆਵਾਂਗੇ ਜੀ, ਦਿੱਲੀ ਕੌਣ ਲੈ ਕੇ ਜਾਊਗਾ ਜੀ, ਸੜਕਾਂ ਦਾ ਨੈਟਵਰਕ ਚੰਗਾ ਵੇਚ ਚੁੱਕਾ ਆ। ਸੋ ਪੰਜਾਬ ਦੀ ਜਿਹੜੀ ਖੇਤੀ ਆ ਕਿਤੇ ਪਾਣੀ ਬਚਾਉਣਾ ਪਊਗਾ। ਪਾਣੀ ਦਾ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ 'ਚ ਹੋਣੀ ਹੈ ਪੰਜਾਬ 'ਚ। ਬਹੁਤ ਬਲੋਕ ਜਿਹੜੇ ਨੇ ਉਹ ਰੈੱਡ ਜ਼ੋਨ 'ਚ ਚਲੇ ਗਏ ਨੇ ਸਾਡੇ ਕਾਫੀ ਜ਼ਿਆਦਾ, ਤੇ ਉਹਦੇ ਵਾਸਤੇ ਜਿਹੜਾ ਡਿਵਰਸੀਫਿਕੇਸ਼ਨ ਹੋਏਗੀ ਫਸਲਾਂ ਦੀ, ਤਦ ਕਿਸਾਨ ਵੀ ਬਚ ਪਾਏਗਾ ਤੇ ਪੰਜਾਬ ਵੀ ਬਚ ਪਾਏਗਾ। ਜੇ ਡਿਵਰਸੀਫਿਕੇਸ਼ਨ ਅਸੀਂ ਨਹੀਂ ਕਰਾਂਗੇ, ਉਹਦਾ ਪ੍ਰੋਪਰ ਮੰਡੀਕਰਨ ਦਾ ਪ੍ਰਬੰਧ ਕਰਨਾ ਪਊਗਾ ਔਰ ਉਹਦੇ 'ਤੇ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇ ਕੇ ਔਰ ਚਿੰਤਤ ਬੰਦਿਆਂ ਨੂੰ ਨਾਲ ਲੈ ਕੇ ਜਿਹੜੇ ਪੰਜਾਬ ਦੀ ਖੇਤੀ ਨੂੰ ਸਮਝਦੇ ਤੇ ਚਿੰਤਾ ਵੀ ਕਰਦੇ ਆ। ਉਹ ਨਹੀਂ ਕਿ ਕਾਰਪੋਰੇਟ ਘਰਾਣੇ ਜੇ ਕਾਨੂੰਨ ਬਣਾ ਦੇ ਜਿੱਦਾਂ ਹੁਣ ਮੋਦੀ ਲੈ ਆਇਆ, ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ। ਉਹ ਕਾਨੂੰਨ ਹੋਣਾ ਚਾਹੀਦਾ ਜਿਹੜਾ ਕਿਸਾਨੀ ਦੇ ਹੱਕ 'ਚ ਹੋਵੇ। ਵਪਾਰ ਦੀ ਗੱਲ ਲਗਾਤਾਰ ਹੋ ਰਹੀ, ਖੇਤੀ ਨੂੰ ਲੈ ਕੇ ਵਿਦੇਸ਼ਾਂ 'ਚ ਵਪਾਰ ਹੋਣਾ ਚਾਹੀਦਾ ਹੈ। ਵਾਹਗਾ ਬਾਰਡਰ ਦਾ ਜ਼ਿਕਰ ਵੀ ਹੋ ਸਕਦਾ ਵਿੱਚ, ਕਿਤੇ ਨਾ ਕਿਤੇ ਤੁਸੀਂ ਮੈਂਬਰ ਪਾਰਲੀਮੈਂਟ ਹੋ, ਤੁਸੀਂ ਵੀ ਜ਼ਿਕਰ ਕਰ ਸਕਦੇ ਹੋ ਕੇਂਦਰ ਕੋਲ, ਉਸ ਨੂੰ ਲੈ ਕੇ ਕਿੰਨੇ ਕੁ ਤੁਸੀਂ ਕਦਮ ਚੁੱਕੇ ਵਾਹਗਾ ਬਾਰਡਰ ਦੀ ਜੇਕਰ ਵਪਾਰ ਖੋਲ੍ਹਣ ਦੀ ਗੱਲ ਕਰਾਂਗਾ? ਮੇਰਾ ਖਿਆਲ ਹੈ ਤੁਸੀਂ ਜੇ ਮੇਰੀਆਂ ਰਿਕਾਰਡਿੰਗ ਦੇਖੋਗੇ 2 ਵਾਰੀ ਤਾਂ ਮੈਂ ਪਾਰਲੀਮੈਂਟ 'ਚ ਚੁੱਕ ਚੁੱਕਾ। ਪ੍ਰਧਾਨ ਮੰਤਰੀ ਜੀ ਨੂੰ ਸਮੇਂ-ਸਮੇਂ 'ਤੇ ਚਿੱਠੀ ਲਿਖਦੇ ਰਹਿੰਦੇ ਹਾਂ ਕਿਉਂਕਿ ਮੇਰਾ ਉਹ ਕੌਂਸਟੀਚੁਐਂਸੀ ਹੈ। ਉੱਥੇ 5-7 ਹਜ਼ਾਰ ਪਰਿਵਾਰ ਜਿਹੜਾ ਡਾਇਰੈਕਟ ਵਿਹਲਾ ਹੋ ਗਿਆ ਹੈ। ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ, ਉਹਨਾਂ ਦੀ ਮਾਲੀ ਹਾਲਤ, ਉਹ ਵਿਚਾਰੇ ਕੁਝ ਕਰ ਹੀ ਨਹੀਂ ਸਕਦੇ। ਪੁਸ਼ਤਾਂ ਤੋਂ ਉਹ ਕੰਮ ਕਰਦੇ ਸੀ ਉੱਥੇ। ਟਰਾਂਸਪੋਰਟ ਨੂੰ ਫਰਕ ਪਿਆ, ਸਾਡੇ ਢਾਬਿਆਂ ਨੂੰ ਫਰਕ ਪਿਆ। ਉਹਦੇ ਤੇ ਇਨਡਾਇਰੈਕਟਲੀ ਲਾਓਗੇ ਤਾਂ 20-25 ਹਜ਼ਾਰ ਪਰਿਵਾਰ ਉੱਥੇ ਇਫੈਕਟ ਹੋਇਆ। ਅਸੀਂ ਅੱਜ ਵੀ ਉੱਤੇ ਕੰਮ ਕਰ ਰਹੇ ਹਾਂ। ਅਜੇ ਮੈਂ 2 ਮਹੀਨੇ ਪਹਿਲਾਂ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਜੀ ਨੂੰ ਵੀ ਤੁਸੀਂ ਆ ਵੱਡੇ ਦਿਨ ਆ ਰਹੇ ਆ, ਜੇ ਤੁਸੀਂ ਵਾਹਗਾ ਖੋਲ੍ਹ ਦਿਓ ਸਾਨੂੰ ਬਹੁਤ ਵੱਡਾ ਲਾਹਾ ਮਿਲ ਸਕਦਾ। ਅਸੀਂ ਅੱਜ ਦੇਖੋ ਅੱਜ ਇਹ ਖਤਰਾ ਮਹਿਸੂਸ ਕਰਦੇ ਨੇ ਦੁਸ਼ਮਣ ਤੋਂ। ਕੁਦਰਤੀ ਗੱਲ ਹੈ, ਕਰੋਨਾ ਜਿਹੜਾ ਆ ਇਹ ਤੋਂ ਅੱਜ ਤੇ ਲੜਾਈਆਂ ਤਾਂ ਕਿਸੇ ਹੋਰ ਸਿਸਟਮ ਦੀਆਂ ਰਹਿ ਗਈਆਂ ਨੇ, ਸੁਖਾਲੇ ਸੰਬੰਧ ਕਰ ਸਕਦੇ ਹਾਂ। ਹੁਣ ਸਾਨੂੰ ਅਸੀਂ ਸਰਹੱਦ ਨੂੰ ਤਾਂ ਅਸੀਂ ਰੋਕਣਾ ਆ ਵੀ ਸਰਹੱਦ ਤੋਂ ਅੰਦਰ ਕੋਈ ਨਜਾਇਜ਼ ਹਥਿਆਰ ਜਾਂ ਕੋਈ ਨਜਾਇਜ਼ ਐਕਟੀਵਿਟੀ ਜਿਹੜੀ ਆ ਇਲੀਗਲ ਉਹ ਨਾ ਕਰੇ ਦੁਸ਼ਮਣ ਸਾਡੇ ਨਾਲ। ਉਹਦੇ ਵਾਸਤੇ ਅੱਜ ਕੱਲ੍ਹ ਬਹੁਤ ਪ੍ਰਬੰਧ ਆ ਗਏ ਨੇ। ਹੁਣ ਤੁਸੀਂ ਵੇਖੋ ਟਰੱਕ ਸਕੈਨਰ ਆ, ਅਜੇ ਤੱਕ ਨਹੀਂ ਸਾਡੇ ਦੇਸ਼ ਕੋਲ ਚੱਲਿਆ। ਪਾਰਲੀਮੈਂਟ 'ਚ 3 ਵਾਰੀ ਬੋਲ ਕੇ ਹਟ ਗਿਆ ਮੈਂ, ਅਜੇ ਤੱਕ ਨਹੀਂ ਚਲਾ ਪਾਏ। ਉਹਨਾਂ ਨੇ ਪਾਕਿਸਤਾਨ ਨੂੰ, ਜਿਹਨੂੰ ਅਸੀਂ ਕਹਿੰਦੇ ਵੀ ਉਹ ਸਾਡੇ ਤੋਂ ਮਾੜਾ ਕੰਟਰੀ ਹੈ, ਜਦੋਂ ਦੀ ਚੈੱਕ ਪੋਸਟ ਬਣੀ ਹੈ ਉਦੋਂ ਦਾ ਹੀ ਉਹਨਾਂ ਨੇ ਟਰੱਕ ਸਕੈਨਰ ਉੱਥੇ ਲਾਇਆ। ਅੱਜ 7-8 ਸਾਲ ਹੋ ਚੱਲੇ, ਸਾਡਿਆਂ ਕੋਲ ਅਜੇ ਤੱਕ ਟਰੱਕ ਸਕੈਨਰ ਨਹੀਂ ਲੱਗਾ ਉੱਥੇ, ਚਾਲੂ ਹੀ ਨਹੀਂ ਹੋ ਸਕਿਆ। ਹੁਣ ਤੁਸੀਂ ਦੱਸੋ ਜਿਹੜੇ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਵਪਾਰ ਬੰਦ ਕਰਨ ਦੀ ਲੋੜ ਹੈ? ਉਹਦਾ ਤਾਂ ਫਿਰ ਜੇ ਸਾਡੇ ਨਾਲ ਕਿਸੇ ਨੇ ਦੁਸ਼ਮਣੀ ਪਾਲਣੀ ਉਹ ਕਿਸੇ ਦੂਜੇ ਬੰਨੇ ਪਾਲ ਲੂਗਾ। ਵਪਾਰ ਕਿਉਂ ਬੰਦ ਕਰ ਦਿੰਦੇ ਆ? ਵਪਾਰੀ ਦਾ ਕੀ ਦੋਸ਼ ਆ ਜਾਂ ਆਮ ਲੋਕਾਂ ਦਾ ਕੀ ਦੋਸ਼ ਆ ਜਿਹੜੇ ਇੱਥੇ ਪ੍ਰੋਡਕਟ ਬਣਾਉਂਦੇ ਨੇ ਜਾਂ ਫਸਲ ਪੈਦਾ ਕਰਦੇ ਨੇ? ਹੁਣ ਜੇ ਇੱਧਰ ਦੀ ਹੋਵੇ ਅਸੀਂ ਕਿੱਥੋਂ ਤੱਕ ਜਾ ਸਕਦੇ ਹਾਂ? ਅਸੀਂ ਅਫਗਾਨਿਸਤਾਨ ਤੋਂ ਅੱਗੇ ਬਾਈ ਰੋਡ ਬੜੀ ਦੂਰ ਤੱਕ ਜਾ ਸਕਦੇ ਹਾਂ, ਪਰ ਕੀ ਆ ਸਰਕਾਰ ਉਹਦੇ ਵੱਲ ਧਿਆਨ ਨਹੀਂ ਦਿੰਦੀ। ਕਸੂਰ ਕਿਸੇ ਦਾ ਆ? ਹੁਣ ਅੱਜ ਟਰੱਕ ਸਕੈਨਰ ਦਾ ਜੇ ਇਹ ਇਨਕੁਆਇਰੀ ਹੋ ਜੇ ਚੰਗੀ ਤਰ੍ਹਾਂ ਵੀ ਕਿਉਂ ਨਹੀਂ ਲੱਗਾ, ਤੇ ਬੜੇ ਵੱਡੇ 'ਚ ਲੋਕ ਨੰਗੇ ਹੁੰਦੇ ਆ, ਪਰ ਉਹ ਸਿਸਟਮ ਤੁਹਾਨੂੰ ਪਤਾ ਕਿ ਨਹੀਂ ਉੱਧਰ ਨੂੰ ਜਾਣਾ ਕਿਸੇ ਨੇ। ਸਭ ਤੋਂ ਵੱਡੀ ਜ਼ਰੂਰਤ ਹੈ, ਅੱਜ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹਾਂ, ਇਹ ਹੌਲੀ ਜਿਹੀ 2 ਚਿੱਠੀਆਂ ਕੱਢਣ ਦੇ ਬੰਦ ਕਰੋ। ਬੰਦ ਕਿਉਂ ਕਰੋ? ਇਹ ਵੇਖੋ ਵੀ ਇਹ ਪ੍ਰੋਬਲਮ ਆਉਣ ਕਿਉਂ ਡਈ ਆ, ਉਹਦੇ ਟਰੱਕ ਸਕੈਨਰ ਕਰਕੇ ਆ ਰਹੀ ਆ। ਉਹ ਅਭੀ ਲਾ ਨਹੀਂ ਪਾ ਰਹੇ 8-10 ਸਾਲ ਦਾ, ਅਜੇ ਤੱਕ ਨਹੀਂ ਚਾਲੂ ਕਰ ਪਾਏ ਅਸੀਂ। ਸੋ ਮੁਸ਼ਕਲਾਂ ਤਾਂ ਇਹ ਆ ਕਿ ਅਸੀਂ ਟੈਕਨੋਲੋਜੀ ਯੂਜ਼ ਕਰਕੇ ਅਸੀਂ ਦੁਸ਼ਮਣ ਨੂੰ ਰੋਕ ਸਕਦੇ ਹਾਂ। ਬਾਕੀ ਕੰਮ ਤਾਂ ਚੱਲਣ ਦੀਏ, ਅਸੀਂ ਬਾਕੀ ਕੰਮ ਵੀ ਬੰਦ ਕਰ ਦਿੰਦੇ ਹਾਂ, ਉਧਰ ਧਿਆਨ ਨਹੀਂ ਦਿੰਦੇ। ਆਹ ਸੌਖਾ ਕੰਮ ਹੁੰਦਾ ਜਿਹੜੇ ਉੱਤੇ ਸਾਡੇ ਨੀਤੀ ਘਾੜੇ ਨੇ, ਜਿਹੜੇ ਉੱਤੇ ਬਾਬੂ ਲੋਕ ਨੇ, ਉਹ ਚਿੱਠੀਆਂ 2 ਕੱਢ ਦਿੰਦੇ, ਨਹੀਂ ਜੀ ਇਹ ਨਹੀਂ ਹੋਣਾ ਹੁਣ ਬਸ। ਉਹ ਕਿਉਂਕਿ ਉਹਨਾਂ ਨੂੰ ਤਾਂ ਨਾ ਕੋਈ ਫਰਕ ਪੈਣਾ, ਉਹਨਾਂ ਦਾ ਤਾਂ ਸਾਰਾ ਕੁਝ ਸੈੱਟ ਆ। ਮਾਰਿਆ ਗਿਆ ਗਰੀਬ ਵਿਚਾਰਾ ਥੱਲੇ, ਮਾਰਿਆ ਗਿਆ ਕਿਸਾਨ, ਮਾਰੇ ਗਏ ਵਪਾਰੀ, ਛੋਟੇ ਲੋਕ। ਹਰਿਆਣਾ ਦੇ ਬੀਜੇਪੀ ਮੰਤਰੀ ਨੇ ਅਨਿਲ ਵਿਜ ਨੇ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਕਿ ਕਰੋਨਾ ਦਾ ਕਾਲ ਵੱਧ ਰਿਹਾ, ਕਿਸਾਨਾਂ ਦਾ ਮਸਲੇ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ। ਕਿਵੇਂ ਸਮਝਦੀ ਕਾਂਗਰਸ ਇਸ ਨੂੰ? ਦੇਖੋ ਬੀਜੇਪੀ ਨੂੰ ਜਿਹੜੇ ਲੋਕ ਜ਼ਮੀਨ ਨਾਲ ਜੁੜੇ ਨੇ, ਇਹ ਕੰਮ ਬੜਾ ਚਿਰ ਉਹਨਾਂ ਨੂੰ ਪਹਿਲਾਂ ਕਰਨੇ ਚਾਹੀਦੇ ਆ। ਉਹਨਾਂ ਨੂੰ ਅੱਜ ਇਕੱਠੇ ਹੋ ਕੇ ਉਸ ਸਵੇਰੇ ਪ੍ਰਧਾਨ ਮੰਤਰੀ ਨੂੰ ਮਿਲ ਲੈਣ। ਇਹਨਾਂ ਨੂੰ ਤਾਂ ਟਾਈਮ ਮਿਲ ਜਾਣਾ, ਸਾਨੂੰ ਤਾਂ ਦਿੰਦੇ ਹੀ ਨਹੀਂ ਨਾ। ਅਸੀਂ ਘੱਟੋ ਘੱਟ 8-10 ਚਿੱਠੀਆਂ ਪਾ ਚੁੱਕੇ ਹਾਂ PM ਨੂੰ ਵੀ ਸਾਨੂੰ ਟਾਈਮ ਦਿੱਤਾ ਜਾਏ, ਨਹੀਂ ਟਾਈਮ ਮਿਲਦਾ।
ਇਹ ਤੇ ਜਾ ਸਕਦੇ ਆ ਨਾ। ਜੇ ਇਹਨਾਂ ਸ਼ੁਰੂਆਤ ਕੀਤੀ ਹੈ ਅਸੀਂ ਤੇ ਕਵਾਂਗੇ ਚਾਹੇ ਬੀਜੇਪੀ ਅੱਗੇ ਲੱਗ ਜਾਏ ਚਾਹੇ ਇਹਨਾਂ ਦੇ ਬੰਦੇ ਅੱਗੇ ਲੱਗ ਜਾਣ, ਮਸਲਾ ਹੱਲ ਹੋਣਾ ਚਾਹੀਦਾ, ਮਸਲਾ ਹੱਲ ਕਰਨ। ਪਰ ਸਿਰਫ ਨਾਲ ਜਾਓਗੇ ਤੁਸੀਂ? ਜੇ ਸਾਨੂੰ ਲਿਜਾਣਗੇ ਤਾਂ ਜਾਵਾਂਗੇ, ਪਰ ਉਹਨਾਂ ਨੂੰ ਲਿਜਾਣਾ ਨਹੀਂ ਸਾਨੂੰ ਨਾਲ, ਪਤਾ ਨਾ। ਚਰਚਾ ਤਾਂ ਤੋਰ ਸਕਦੇ ਹੋ ਤੁਸੀਂ। ਅਸੀਂ ਤਾਂ ਕਹਿ ਰਹੇ ਹਾਂ, ਅਸੀਂ ਤਾਂ ਤੁਹਾਨੂੰ, ਮੇਰਾ ਖਿਆਲ ਰਵਨੀਤ ਬਿੱਟੂ ਹੋਣਾ ਵੀ ਉਦੋਂ ਕਿਹਾ ਸੀ, ਜਸਬੀਰ ਗਿੱਲ ਹੋਣਾ ਵੀ ਕਿਹਾ, ਜੀਰਾ ਸਾਰੇ ਇਕੱਠੇ ਸਾਂ ਵੀ ਤੁਸੀਂ ਸਾਨੂੰ ਨਾਲ ਲੈ ਜਾਓ, ਅਸੀਂ ਨਾਲ ਚੱਲਣ ਨੂੰ ਤਿਆਰ ਹਾਂ, ਅਸੀਂ ਤੁਹਾਡੇ ਮਗਰ ਲੱਗਾਂਗੇ, ਅੱਗੇ ਨਹੀਂ ਲੱਗਦੇ। ਇਹਨਾਂ ਨੂੰ ਵੀ ਕਿਹਾ ਗਿਆ ਸੀ, ਆਪਣਾ ਗਰੇਵਾਲ ਨੂੰ ਲਾਈਵ ਜਦੋਂ ਡਿਬੇਟ ਹੋਈ ਸੀ ਰਵਨੀਤ ਬਿੱਟੂ ਨੇ ਵੀ ਜਾਓ ਤੁਸੀਂ ਟਾਈਮ ਲਓ, ਅਸੀਂ ਸਾਰੇ ਪੰਜਾਬ ਵਾਲੇ ਨਾਲ ਚੱਲਾਂਗੇ। ਪ੍ਰਧਾਨ ਮੰਤਰੀ ਤੋਂ ਟਾਈਮ ਲਓ, ਉਹਨਾਂ ਕਹੇ ਚੰਗਾ ਲੈ ਕੇ ਦੱਸਾਂਗੇ, ਅੱਜ ਤੱਕ ਦੱਸ ਰਹੇ ਨੇ ਹਰਜੀਤ ਗਰੇਵਾਲ ਹੋਣੀ। ਸੋ ਇਹ ਗੱਲਾਂ ਨੇ ਵੀ ਉਹਨਾਂ ਨੇ ਉਹ ਸਾਨੂੰ, ਅਸੀਂ ਤਾਂ ਟਾਈਮ ਪਾਏ ਉਦੋਂ ਦੀ, ਜਦੋਂ ਗੱਲ ਹੋਈ ਅਸੀਂ ਆਪਣੇ ਨੂੰ ਵੀ ਚਿੱਠੀਆਂ ਪਾਤੀਆਂ ਕਿ ਅਸੀਂ ਰੈਡੀ ਹਾਂ ਮਿਲਣ ਲਈ, ਤੁਸੀਂ ਸਾਨੂੰ ਬੁਲਾਓ ਸਾਨੂੰ, ਪਰ ਨਹੀਂ ਬੁਲਾਉਣਾ। ਕੇਂਦਰ ਵੱਲੋਂ ਕਰੋਨਾ ਦੀ ਗੱਲ ਕਰ ਲੈਂਦੇ, ਕੇਂਦਰ ਵੱਲੋਂ ਵਾਰ-ਵਾਰ ਪੰਜਾਬ ਨੂੰ ਹੁਣ ਨਿਸ਼ਾਨੇ 'ਤੇ ਲਿਆ ਜਾ ਰਿਹਾ ਕਰੋਨਾ ਨੂੰ ਲੈ ਕੇ। ਕਿੱਥੇ ਕਮੀ ਹੈ? ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਸੁਧਾਰ ਕਰ ਪਾ ਰਹੇ ਪੰਜਾਬ ਦੇ ਵਿੱਚ? ਸਿਹਤ ਟੀਮ ਦੀ ਆਈ ਸੀ ਕੇਂਦਰ ਦੀ, ਉਹ ਵੀ ਇਲਜ਼ਾਮ ਲਗਾ ਰਹੀ ਕਿ ਸਿਸਟਮ ਪੰਜਾਬ 'ਚ ਕਰੋਨਾ ਨੂੰ ਲੈ ਕੇ ਸਹੀ ਨਹੀਂ ਚੱਲ ਰਿਹਾ। ਕੀ ਕਾਰਨ ਕੀ ਹੈ? ਦੇਖੋ, ਕਰੋਨਾ ਨੂੰ ਲੈ ਕੇ ਕੋਈ ਕਮੀ ਨਹੀਂ ਗੀ। ਕੈਪਟਨ ਅਮਰਿੰਦਰ ਸਿੰਘ ਹੈ, ਜਿਹਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਵਧੀਆ ਕੰਟਰੋਲ ਪੰਜਾਬ ਨੇ ਕੀਤਾ ਹੈ, ਉਹੀ ਕੈਪਟਨ ਅਮਰਿੰਦਰ ਸਿੰਘ ਹੈ, ਅੱਜ ਵੀ ਉੱਦਾਂ ਹੀ ਹੈ। ਪਰ ਅੱਜ ਕੇਂਦਰ ਜਿਹੜਾ ਆ ਉਹ ਪੰਜਾਬ ਨੂੰ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਪਛਾਣ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਆ ਜਿਹੜੀਆਂ ਵੈਕਸੀਨ ਨੂੰ ਲੱਗਦਾ ਆ, ਟੀਕਾ ਆ, ਉਹ 5 ਲੱਖ ਸੀ ਮੇਰਾ। ਕੱਲ੍ਹ ਸੀਐਮ ਸਾਹਿਬ ਨੇ ਲਾਈਵ ਹੋ ਕੇ, ਸੋਨੀਆ ਜੀ ਨੇ, ਰਾਹੁਲ ਜੀ ਨੇ ਚਿੰਤਾ ਜ਼ਾਹਰ ਕੀਤੀ ਸੀਐਮ ਸਾਹਿਬ ਨੇ ਵੀ 2 ਦਿਨ ਦਾ ਰਹਿ ਗਿਆ ਸਾਨੂੰ ਸਟਾਕ, ਅੱਜ ਖਰੇ 4 ਲੱਖ ਫਿਰ ਇਹ ਭੇਜ ਰਹੇ ਨੇ। ਇਹ ਵੀ ਕੈਪਟਨ ਅਮਰਿੰਦਰ ਸਿੰਘ ਦਾ ਕਸੂਰ ਹੈ। ਰੈਪਿਡ ਕਿੱਟਾਂ ਦੀ ਉੱਥੇ ਕਮੀ ਆ ਜਾਂਦੀ ਹੈ, ਪਿੱਛੋਂ ਨਹੀਂ ਭੇਜਦੇ, ਇਹ ਵੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਕਸੂਰ ਹੈ। ਹੁਣ ਜੇ ਕਰੋਨਾ ਵੱਧ ਰਿਹਾ ਆ ਤੇ ਕੋਈ ਸਰਕਾਰੀ ਬੰਦੇ ਤੇ ਹੈ ਨਹੀਂ ਵੀ ਜਿਹੜੇ ਕਿਸੇ ਨੇ ਫੜਨ ਨੂੰ ਛੱਡਤੇ ਹੋਣਗੇ ਵੀ ਕਰੋਨਾ ਕੋਈ ਬੰਦਾ ਉਹਨੂੰ ਫੜਿਆ ਨਹੀਂਗਾ। ਇਹ ਤਾਂ ਬਿਮਾਰੀ ਹੈ, ਇਹ ਤਾਂ ਪਤਾ, ਇਹ ਤਾਂ ਦਿੱਲੀ 'ਚ ਵੀ ਬਹੁਤ ਵਧੀਆ, ਮਹਾਰਾਸ਼ਟਰ 'ਚ ਵੀ ਬਹੁਤ ਵਧੀਆ ਇੱਥੇ। ਬਟ ਇਹਨਾਂ ਨੇ ਕੀ ਕੀਤਾ ਹੈ, ਜਿੱਥੇ ਸਰਕਾਰਾਂ ਇਹਨਾਂ ਦੀਆਂ ਨਹੀਂ ਹੈਗੀਆਂ ਉਹਨੂੰ ਤਾਂ ਹਾਈਲਾਈਟ ਕਰਦੇ ਆ। ਹੁਣ ਯੂਪੀ 'ਚ ਨਹੀਂ ਕਰਦੇ, ਯੋਗੀ ਨੇ ਮੇਰਾ ਖਿਆਲ ਕੋਈ ਕਦੀ ਚੈੱਕ ਵੀ ਨਹੀਂ ਉਹਨੇ ਕਿਸੇ ਦਾ ਕੀਤਾ ਹੋਣਾ, ਬਲਾਸਟ ਹੀ ਹੋਣ ਡੇ ਨੇ ਉੱਥੇ, ਕਿਉਂਕਿ ਜਦੋਂ ਡੈਥ ਹੋ ਗਈ ਉਹਨੂੰ ਕੀ ਪਤਾ ਕਦੇ ਨਾ ਹੋਈ, ਅਗਲੇ ਕਹਿੰਦੇ ਜੀ ਬਿਮਾਰ ਸੀ, ਬੁਖਾਰ ਸੀ, ਹੈ ਤੇ ਕਰੋਨੇ ਨਾਲ ਡੈਥ ਨੇ, ਉੱਥੇ ਕੋਈ ਚੈੱਕ ਹੀ ਨਹੀਂ ਕਰਦਾ, ਨਾ ਕੋਈ ਜਾਂਦਾ। ਯੂਪੀ ਨੂੰ ਵਰਸ ਕੰਡੀਸ਼ਨ ਵੀ ਕਿਸੇ ਦੀ ਹੋ ਸਕਦੀ, ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ। ਕੋਈ ਉੱਥੇ ਚੈੱਕ, ਤੁਸੀਂ ਆਪ ਚੈੱਕ ਕਰਾ ਲਓ, ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ, ਪਤਾ ਕਰ ਲਓ, ਜੇ ਕਦੇ ਉੱਥੇ ਕੈਂਪ ਵੀ ਲੱਗੇ ਹੋਣ, ਬਿਹਾਰ 'ਚ ਪਤਾ ਕਰ ਲਓ, ਉੱਧਰ ਨਹੀਂ ਜਾਣਾ, ਮੱਧ ਪ੍ਰਦੇਸ਼ 'ਚ ਪਤਾ ਕਰੋ। ਜਾਣਾ ਕਿੱਥੇ ਹੈ? ਜਿੱਥੇ ਕਾਂਗਰਸ ਦੀਆਂ ਸਰਕਾਰਾਂ ਜਾਂ ਕਾਂਗਰਸ ਅਲਾਈਅੰਸ ਦੀਆਂ ਸਰਕਾਰਾਂ ਨੇ, ਉਹਨਾਂ ਦੀ ਨਿਊਜ਼ ਬਣਾਉਣੀ ਆ, ਉਹਨਾਂ ਦੇ ਨਾਲ ਗੱਲ ਕਰਨੀ। ਇਹਨਾਂ ਨੂੰ ਕੋਈ ਜਿਹੜੀ ਕਮੇਟੀ ਪੰਜਾਬ ਭੇਜੀ ਹੈ, ਯੂਪੀ 'ਚ ਭੇਜ ਕੇ ਵੇਖੋ, ਨਾਲੇ ਦੱਸਣ ਕੀ ਆ, ਹਰਿਆਣੇ 'ਚ ਭੇਜ ਕੇ ਦੱਸ ਦਿਓ ਕੀ ਹੈ। ਸੋ ਇਹ ਬਿਮਾਰੀ ਆ, ਦੇਸ਼ ਦੇ ਵਿੱਚ ਬਿਮਾਰੀ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਹ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਇਹਦਾ ਕੋਈ ਇਲਾਜ ਨਹੀਂ ਹੈਗਾ। ਔਰ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਹ ਪਰਿਵਾਰ ਦੇ ਵਿੱਚ ਆ ਜੇ ਤੇ ਪਰਿਵਾਰ ਨੂੰ ਵੀ ਪਤਾ ਨਹੀਂ ਲੱਗਦਾ ਕਿ ਕਿਹਨੂੰ ਹੋ ਗਈ, ਕਿਹਨੂੰ ਨਹੀਂ ਹੈਗੀ। ਔਰ ਸਭ ਤੋਂ ਵੱਡੀ ਲੋੜ ਹੈ ਸਾਨੂੰ ਆਪਣੇ ਆਪ ਨੂੰ ਆਪ ਬਚਾਉਣਾ ਪੈਣਾ, ਨਾ ਕਿਸੇ ਸਰਕਾਰ ਨੇ ਬਚਾ ਪਾਉਣਾ, ਨਾ ਕਿਸੇ ਪ੍ਰਧਾਨ ਮੰਤਰੀ ਬਚਾ ਪਾਉਣਾ ਆ। ਆਪਣਾ ਇਲਾਜ ਆਪਾਂ ਨੂੰ ਆਪ ਕਰਨਾ ਪੈਣਾ ਆ। ਆਪਾਂ ਨੂੰ ਗਾਈਡਲਾਈਨ ਜਿਹੜੀਆਂ ਨੇ ਉਹ ਫੋਲੋ ਕਰਨੀਆਂ ਚਾਹੀਦੀਆਂ। ਉਹਦਾ ਸਾਹਿਬ, ਮੇਰਾ ਆਖਰੀ ਸਵਾਲ, ਪਾਰਟੀ ਛੱਡ ਕੇ, ਐਮਪੀਸ਼ਿਪ ਛੱਡ ਕੇ, ਵਿਅਕਤੀਗਤ ਤੌਰ ਤੇ ਜੇਕਰ ਤੁਸੀਂ ਕਿਸਾਨਾਂ ਨੂੰ ਸਲਾਹ ਦੋਗੇ ਤਾਂ ਕੀ ਦੋਗੇ? ਆਖਰੀ ਸਵਾਲ ਮੇਰੀ ਇਹੀ ਸਲਾਹ ਆ ਕਿ ਸਾਰੇ ਇਕੱਠੇ ਹੋ ਕੇ ਗੱਲਬਾਤ ਦੁਬਾਰਾ ਸਰਕਾਰ ਦੇ ਨਾਲ ਚਾਲੂ ਕਰਨੀ ਚਾਹੀਦੀ ਵਿਅਕਤੀਗਤ ਤੌਰ ਤੇ। ਔਰ ਐਜ ਐਮਪੀ ਵੀ ਦੇ ਸਕਦਾ, ਉਹਦੇ 'ਚ ਕੀ ਇਤਰਾਜ਼, ਆਪਾਂ ਕੋਈ ਗਲਤ ਗੱਲ ਨਹੀਂ ਕਹਿ ਰਹੇ। ਤੇ ਜਿਹੜੇ ਬੰਦੇ ਇਹਦਾ ਚਿੰਤਤ ਨੇ, ਚਾਹੇ ਜਿੱਦਾਂ ਹੁਣ ਤੁਸੀਂ ਵਿੱਜ ਦੀ ਗੱਲ ਕਰਤੀ, ਜਿਹੜੇ ਸਰਕਾਰ ਦੇ ਨਾਲ ਕੋਈ ਸੰਬੰਧ ਰੱਖਦੇ ਨੇ, ਕਿਉਂਕਿ ਸਾਡਾ ਤੇ ਹੁਣ ਹੈ ਹੀ ਨਹੀਂਗਾ, ਸਾਨੂੰ ਤਾਂ ਨਾ ਸਰਕਾਰ ਬੁਲਾਵੇ ਤੇ ਨਾ ਕਿਸਾਨ ਬੁਲਾਵੇ। ਜੇ ਸਰਕਾਰ ਦੇ ਬੰਦੇ ਕੋਈ ਸੁਣਦੇ ਨੇ, ਜਿਹੜੇ ਚਿੰਤਾ ਰੱਖਦੇ ਨੇ, ਇਹ ਗੱਲਬਾਤ ਨੂੰ ਦੁਬਾਰਾ ਤੋਰ ਕੇ ਹੱਲ ਕਰਨਾ ਚਾਹੀਦਾ ਵਾ। ਦੇਖੋ, ਬਹੁਤ ਲੰਬਾ ਸੰਘਰਸ਼ ਹੋ ਗਿਆ ਵਾ, ਬਹੁਤ ਮੌਤਾਂ ਹੋ ਚੁੱਕੀਆਂ ਨੇ, ਚਿੰਤਾ ਕਰਨੀ ਚਾਹੀਦੀ ਹੈ। ਦੇਸ਼ ਦੇ ਨਾਗਰਿਕ ਨੇ, ਕੋਈ ਬਾਹਰੋਂ ਤੇ ਹੈ ਨਹੀਂਗੇ। ਤੁਸੀਂ ਜਿਹੜਾ ਹੱਲ ਕਰਨਾ ਸਮਝਦੇ ਚੰਗਾ, ਉਹ ਹੱਲ ਕੱਢ ਕੇ ਦੇ ਦਿਓ, ਪਬਲਿਕ ਡਿਸਾਈਡ ਕਰ ਲੇਗੀ ਉਹ ਠੀਕ ਹੈ ਕਿ ਨਹੀਂ। ਇਹ ਸਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਨੇ ਕਿਸਾਨੀ ਮਸਲੇ ਉੱਪਰ ਖੁੱਲ੍ਹ ਕੇ ਚਰਚਾ ਕੀਤੀ ਤੇ ਕੇਂਦਰ ਵੱਲੋਂ ਕਰੋਨਾ ਨੂੰ ਲੈ ਕੇ ਪੰਜਾਬ ਤੇ ਲੱਗ ਰਹੇ ਇਲਜ਼ਾਮਾਂ ਦੇ ਵੀ ਜਵਾਬ ਦਿੱਤੇ। ਕੈਮਰਾ ਪਰਸਨ ਪ੍ਰਦੀਪ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਜੰਤਰ ਮੰਤਰ, ਦਿੱਲੀ।